ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਲੜੀਵਾਰ ਕੰਪਿਊਟਰ ਦੇ ਪੁਰਾਣੇ ਕੁਐਸਚਨਾਂ ਤੇ ਡਿਸਕਸ਼ਨ ਕਰ ਰਹੇ ਹਾਂ। ਸੋ ਉਸੇ ਲੜੀ ਦੇ ਵਿੱਚੋਂ ਹੀ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕੰਪਿਊਟਰ ਨੈਟਵਰਕਸ, ਜਿਹਦੇ ਵਿੱਚ ਆਪਾਂ ਲੈਵਲ ਮੀਡੀਅਮ ਦੇ ਕੁਐਸਚਨ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਜੇਕਰ ਤੁਸੀਂ ਪਹਿਲੀ ਵਾਰੀ ਚੈਨਲ ਤੇ ਜੁੜੇ ਹੋ ਤਾਂ ਤੁਸੀਂ ਪੁਰਾਣੀਆਂ ਵੀਡੀਓਜ਼ ਦੇਖ ਸਕਦੇ ਹੋ। ਚੈਨਲ ਦੇ ਉੱਪਰ ਪਲੇਲਿਸਟ ਅਵੇਲੇਬਲ ਨੇ, ਜਿਹਦੇ ਵਿੱਚ ਆਪਾਂ ਲੈਵਲ 1 ਡਿਸਕਸ ਕੀਤਾ ਹੋਇਆ ਤੇ ਲੈਵਲ 2 ਵੀ ਆਪਾਂ ਸਟਾਰਟ ਕਰ ਚੁੱਕੇ ਹਾਂ। ਲੈਵਲ 2 ਦੀ ਮੈਨੂੰ ਲੱਗਦਾ ਤੀਸਰਾ ਪਾਰਟ ਹੈ, ਠੀਕ ਹੈ। ਤਾਂ ਤੁਸੀਂ ਲਗਾਤਾਰ ਸਾਰੀਆਂ ਵੀਡੀਓ ਦੇਖੋ ਤਾਂ ਹੋ ਹੀ ਨਹੀਂ ਸਕਦਾ ਕਿ ਤੁਹਾਡਾ ਕੋਈ ਕੁਐਸਚਨ, ਚਾਹੇ ਤੁਸੀਂ ਕੋਈ ਵੀ ਪੇਪਰ ਦੇਣਾ, ਚਾਹੇ ਤੁਸੀਂ ਪੀਟਰ ਪਲੱਸ ਵੀ ਦੇ ਕਿਸੇ ਵੀ ਪੇਪਰ ਦੇ ਲਈ ਜਾ ਰਹੇ ਹੋ, ਚਾਹੇ ਤੁਸੀਂ ਪੰਜਾਬ ਪੁਲਿਸ ਦੇ ਕੋਈ ਵੀ ਪੇਪਰ ਦੇ ਲਈ ਜਾ ਰਹੇ ਹੋ, ਤਾਂ ਇਹ ਵੀਡੀਓ ਸਫੀਸ਼ੀਐਂਟ ਨੇ। ਇਹਦੇ ਵਿੱਚ ਹੀ ਮੈਂ ਥਿਊਰੀ ਕਵਰ ਕਰਵਾਈ ਹੋਈ ਹੈ। ਪੁਰਾਣੇ ਬੰਦਿਆਂ ਨੂੰ ਸਾਰਿਆਂ ਨੂੰ ਪਤਾ ਵੀ ਆਪਾਂ ਕਿਸ ਤਰ੍ਹਾਂ ਡਿਸਕਸ ਕਰ ਰਹੇ ਹਾਂ। ਸੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਨੂੰ। ਇਹ ਮੇਰਾ ਪ੍ਰੋਫਾਈਲ ਹੈ, ਤੁਸੀਂ ਸਾਰੇ ਜਾਣਦੇ ਹੋ। ਸੋ ਫਸਟ ਕੁਐਸਚਨ ਹੈਗਾ ਜਿਵੇਂ ਵਾਟ ਇਜ਼ ਦੀ ਫੁੱਲ ਫਾਰਮ ਆਫ IoT। IoT ਦੀ ਫੁੱਲ ਫਾਰਮ ਕੀ ਹੈ? ਇਹ ਹੁਣ ਕਹਿ ਲਓ ਵੀ ਲੇਟੈਸਟ ਟ੍ਰੈਂਡ ਹੈ IoT ਦਾ। IoT ਜਿਹੜਾ ਨਵੀਂ ਟੈਕਨੋਲੋਜੀ ਹੈ ਇੱਕ, ਹੁਣ ਜਿਹੜੀ ਹੈ ਥੋੜੀ ਬਹੁਤ ਇੰਪਲੀਮੈਂਟ ਹੋਣੀ ਵੀ ਸਟਾਰਟ ਹੋ ਗਈ, ਤੇ ਇਹਦੇ ਵਿੱਚੋਂ ਐਬਰੀਵੇਸ਼ਨ ਹੀ ਪੁੱਛ ਸਕਦਾ ਆਪਾਂ ਨੂੰ। ਜਿਵੇਂ ਇਹ ਕਲਰਕ 2021 ਦਾ ਸਵਾਲ ਹੈ। IoT ਹੁੰਦਾ ਇੰਟਰਨੈਟ ਆਫ ਥਿੰਗਸ। ਇੰਟਰਨੈਟ ਆਫ ਥਿੰਗਸ, ਔਨ ਥਿੰਗਸ ਨਹੀਂ ਆਊਗਾ, ਸੋ ਆਫ ਵੀ ਨਹੀਂ ਆਊਗਾ। ਸੋ ਇਹਦਾ ਬੀ ਆਨਸਰ ਹੈ। ਦੇਖੋ ਦੋਨਾਂ 'ਚ ਫਰਕ ਹੈ ਨਾ, ਆਫ ਆਫ, ਠੀਕ ਹੈ। IoT ਬਾਰੇ ਥੋੜਾ ਜਿਹਾ ਦੇਖ ਲੈਂਦੇ ਹਾਂ। IoT ਹੁੰਦਾ ਵੀ ਸਾਰੇ ਜਿੰਨੇ ਵੀ ਡਿਵਾਈਸ, ਜਿੰਨੇ ਵੀ ਅੰਪਲਾਇੰਸ ਹੁੰਦੇ ਨੇ ਘਰਾਂ ਦੇ ਵਿੱਚ ਆਪਣੇ, ਹਨਾ, ਉਹਨਾਂ ਨੂੰ ਇੱਕ ਇੰਟਰਨੈਟ ਦੁਆਰਾ ਜੋੜ ਦੇਣਾ। ਜਿਵੇਂ ਆਪਾਂ AC ਦੀ ਗੱਲ ਕਰਦੇ ਹਾਂ, ਘਰੇ ਆਪਣੇ AC ਹੈ, ਫ੍ਰਿਜ ਹੈ, ਉਹਨਾਂ ਨੂੰ ਆਪਾਂ ਇੰਟਰਨੈਟ ਦੁਆਰਾ ਜੋੜ ਦੇਣਾ। ਜਿਵੇਂ ਫ੍ਰਿਜ ਦੇ ਵਿੱਚ ਕੀ ਹੈ ਵੀ ਹੁਣ ਆਪਣਾ ਸਪੋਜ਼ ਕਰੋ ਆਪਾਂ ਬਾਹਰੋਂ ਸਮਾਨ ਮੰਗਾਉਣੇ ਆ, ਵੀ ਬ੍ਰੈਡ ਆਉਂਦਾ ਬੌਨ ਦਾ, ਹਨਾ, ਤੇ ਬੇਰਕਾ ਦਾ ਦੁੱਧ ਮੰਗਾਉਣੇ ਆ, ਪਨੀਰ ਮੰਗਾਉਣੇ ਆ, ਉੱਥੇ ਆਪਾਂ ਆਟੋਮੇਟ ਕਰ ਸਕਦੇ ਹਾਂ ਵੀ ਆਪਣੇ ਫ੍ਰਿਜ ਦੇ ਵਿੱਚ 2 ਪੈਕੇਟ ਦੁੱਧ ਦੇ ਹੋਣੇ ਚਾਹੀਦੇ ਆ। ਜਦੋਂ ਹੀ ਦੁੱਧ ਖਤਮ ਹੋਵੇ ਨਾਲ ਦੀ ਨਾਲ ਉਹ ਬੇਰਕਾ ਵਾਲਿਆਂ ਨੂੰ ਆਰਡਰ ਕਰੇ ਤੇ ਬੇਰਕਾ ਵਾਲੇ ਡਰੋਨ ਭੇਜਣਗੇ ਇੱਕ, ਤੇ ਉੱਥੇ ਆਪਣੇ ਕੋਲੇ ਘਰੇ ਡਰੋਨ ਆ ਜਾਊਗਾ, ਆਪਾਂ ਦੁੱਧ ਫੜ ਕੇ ਫ੍ਰਿਜ ਦੇ ਵਿੱਚ ਰੱਖ ਦਾਂਗੇ। ਤੇ ਜਾਂ ਜਿਵੇਂ AC ਨੂੰ ਆਪਾਂ IoT ਨਾਲ ਕਿਵੇਂ ਕਨੈਕਟ ਕਰਾਂਗੇ? AC ਦੇ ਵਿੱਚ ਆਪਾਂ ਸਪੋਜ਼ ਕਰੋ ਘਰੇ ਜਾ ਰਹੇ ਆ, ਹਨਾ, ਅੱਧੇ ਘੰਟੇ ਦੇ ਵਿੱਚ ਰੂਮ ਠੰਡਾ ਕਰਦਾ, ਤਾਂ ਜੇ ਉਹ ਇੰਟਰਨੈਟ ਦੇ ਨਾਲ ਜੁੜਿਆ ਤਾਂ ਰਸਤੇ ਦੇ ਵਿੱਚ ਜਦੋਂ ਆਪਾਂ ਨੂੰ ਪਤਾ ਲੱਗਿਆ ਵੀ ਹੁਣ ਆਪਾਂ ਨੂੰ ਅੱਧਾ ਘੰਟਾ ਲੱਗੂਗਾ, ਆਪਾਂ ਕਾਰ ਦੇ ਵਿੱਚੋਂ ਹੀ ਸਵਿਚ ਔਨ ਕਰ ਸਕਦੇ ਹਾਂ, AC ਔਨ ਹੋ ਜਾਊਗਾ, ਜਦੋਂ ਨੂੰ ਅਸੀਂ ਘਰੇ ਜਾਵਾਂਗੇ ਰੂਮ ਸਾਡਾ ਠੰਡਾ ਹੋ ਜਾਊਗਾ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ IoT ਦੁਆਰਾ ਪੋਸੀਬਲ ਨੇ। ਸਾਰੇ ਡਿਵਾਈਸ ਆਪਸ ਦੇ ਵਿੱਚ ਕਮਿਊਨੀਕੇਟ ਕਰਦੇ ਨੇ IoT ਦੇ ਵਿੱਚ। ਤਾਂ ਇੱਥੇ ਇੱਕ ਸਵਾਲ ਇਹਦੇ ਨਾਲ ਲੱਗਦਾ, ਮੈਨੂੰ ਹੁਣ ਯਾਦ ਆ ਗਈ ਚੀਜ਼। ਤਾਂ IoT ਨੂੰ ਆਪਸ ਦੇ ਵਿੱਚ ਕਨੈਕਟ ਕਰਨ ਦੇ ਲਈ, ਜਿਵੇਂ ਆਪਾਂ ਇੰਟਰਨੈਟ ਨੂੰ ਕਨੈਕਟ ਕਰਨ ਦੇ ਲਈ ਵਾਈਫਾਈ ਯੂਜ਼ ਕਰਦੇ ਹਾਂ, ਹਨਾ, ਵਾਇਰਲੈਸ ਟੈਕਨੋਲੋਜੀ ਆ ਵਾਈਫਾਈ, ਉਵੇਂ ਹੀ ਇੱਕ ਆਪਣੇ ਕੋਲੇ ਬਲੂਟੁੱਥ ਹੈ, ਬਲੂਟੁੱਥ ਟੈਕਨੋਲੋਜੀ ਹੈ, ਹਨਾ। ਉਵੇਂ ਹੀ IoT ਦੇ ਵਿੱਚ ਜਿਹੜੀ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਹੈ ਉਹ ਹੈ ZigBee। ਇਹ ਯਾਦ ਰੱਖਿਓ। ZigBee ਕਿਉਂ ਯੂਜ਼ ਕੀਤਾ ਜਾਂਦਾ ਹੈ? ਕਿਉਂਕਿ ਇਹ ਲੋ ਪਾਵਰ ਕੰਜ਼ੰਪਸ਼ਨ ਹੈ, ਲੋ ਪਾਵਰ ਕੰਜ਼ੰਪਸ਼ਨ, ਪਾਵਰ ਘੱਟ ਲੈਂਦਾ ਹੈ। ਹੁਣ ਬਲੂਟੁੱਥ ਆਪਾਂ ਔਨ ਕਰ ਦਈਏ ਬੈਟਰੀ ਬਹੁਤ ਜ਼ਿਆਦਾ ਲੈਂਦਾ, ਵਾਈਫਾਈ ਵੀ ਬੈਟਰੀ ਜ਼ਿਆਦਾ ਲੈਂਦਾ, ਹੈ ਨਾ। ਤਾਂ ZigBee ਇੱਕ ਲੋ ਪਾਵਰ ਡਿਵਾਈਸ ਹੈ, ਪਾਵਰ ਲੋ ਹੈ ਦੀ ਤੇ ਸਪੀਡ ਜ਼ਿਆਦਾ ਹੈ, ਆਪਾਂ ਕਹਿੰਦੇ ਹਾਈ ਸਪੀਡ, ਹਾਈ ਸਪੀਡ। ਇਹ ਸਵਾਲ ਪੁੱਛਿਆ ਜਾ ਸਕਦਾ ਆਪਾਂ ਨੂੰ ਵੀ ਕਿਹੜੀ ਟੈਕਨੋਲੋਜੀ ਹੈ ZigBee ਯੂਜ਼ ਕੀਤੀ ਜਾਂਦੀ ਹੈ, ਠੀਕ ਹੈ। ਤਾਂ ਇੱਕ ਹੋਰ ਵੀ ਹੁੰਦੀ ਹੈ Z ਵੇਵ ਲਿਖਣਾ ਲਿਖ ਸਕਦੇ ਹੋ, ਉਹ ਇੰਨੀ ਯੂਜ਼ ਨਹੀਂ ਹੁੰਦੀ Z ਵੇਵ, ਠੀਕ ਹੈ। ਇਹ ਕਹਿ ਲਓ ਵੀ ਵਾਇਰਲੈਸ ਲਈ ਕਨੈਕਟ ਕਰਨ ਦੇ ਲਈ ਇਹ ਆਪਣੇ ਕੋਲੇ ਟੈਕਨੋਲੋਜੀ ਯੂਜ਼ ਕੀਤੀਆਂ ਜਾਂਦੀਆਂ ਨੇ। ਅਗਲਾ ਸਵਾਲ ਹੈਗਾ ਟੂ ਕਨੈਕਟ ਨੈਟਵਰਕ ਆਫ ਸਿਮਿਲਰ ਪ੍ਰੋਟੋਕੋਲਸ ਡੈਸ਼ ਆਰ ਯੂਜ਼ਡ। ਕਹਿੰਦਾ ਸਿਮਿਲਰ ਪ੍ਰੋਟੋਕੋਲ ਇੱਕ ਨੈਟਵਰਕ ਹੈ ਜਿਹਦੇ ਵਿੱਚ ਸਾਰੇ ਹੀ ਸਿਮਿਲਰ ਪ੍ਰੋਟੋਕੋਲਸ ਨੇ। ਉਹਦੇ ਲਈ ਕੀ ਵਰਤਾਂਗੇ ਆਪਾਂ? ਦੋ ਪਟਵਾਰੀ ਦਾ ਸਵਾਲ ਹੈ ਇਹ, ਮੈਂ ਪਟਵਾਰੀ ਵਾਲੇ ਪੇਪਰ ਦੇ ਵਿੱਚ ਵੀ ਕਰਵਾਇਆ ਸੀ, ਜੇ ਤੁਸੀਂ ਉਹ ਵੀਡੀਓ ਦੇਖੀ ਹੋਵੇ। ਰਾਊਟਰ, ਬ੍ਰਿਜ, ਗੇਟਵੇਜ਼ ਤੇ ਡਾਇਲ ਅਪ ਰਾਊਟਰਸ, ਠੀਕ ਹੈ। ਸੋ ਇਹਨਾਂ ਆਪਾਂ ਨੂੰ ਸਾਰਿਆਂ ਨੂੰ ਹੀ, ਸਾਰੇ ਇਹ ਡਿਵਾਈਸ ਹੁੰਦੇ ਨੇ, ਨੈਟਵਰਕ ਡਿਵਾਈਸ ਹੁੰਦੇ ਨੇ। ਜਿਵੇਂ ਆਪਾਂ ਕਹਿ ਲਈਏ ਹੱਬ, ਬ੍ਰਿਜ, ਸਵਿਚ, ਰਾਊਟਰ ਐਂਡ ਗੇਟਵੇ। ਇਹ ਸਾਰੇ ਡਿਵਾਈਸਿਸ ਦਾ ਹੀ ਫੰਕਸ਼ਨ ਆਪਾਂ 1 ਬਾਈ 1 ਕਰਕੇ ਡਿਸਕਸ ਕਰ ਲੈਂਦੇ ਹਾਂ। ਹੋ ਸਕਦਾ ਅਗਲੀ ਵਾਰੀ ਕੋਈ ਹੋਰ ਪੁੱਛ ਲੇ, ਹਨਾ, ਤਾਂ ਇਹਨਾਂ ਨੂੰ ਆਪਾਂ ਇਕੱਲੇ ਕਰਕੇ ਡਿਸਕਸ ਕਰ ਲੈਂਦੇ ਹਾਂ। ਜਿਵੇਂ ਸਾਰਿਆਂ ਤੋਂ ਪਹਿਲਾਂ ਹੈਗਾ ਹੱਬ ਇੱਕ ਐਵੇਂ ਦਾ ਡਿਵਾਈਸ ਹੈ, ਨੈਟਵਰਕ ਡਿਵਾਈਸ ਸੀ ਜਿਹੜਾ ਸਟਾਰਟਿੰਗ ਦੇ ਵਿੱਚ ਲੱਗਿਆ ਸੀ, ਜਿਹਦੇ ਵਿੱਚ ਆਪਾਂ ਕੰਪਿਊਟਰ ਕਨੈਕਟ ਕਰਦੇ ਹਾਂ ਇੱਕ ਦੂਜੇ ਦੇ ਨਾਲ। ਜਿਵੇਂ ਆਪਾਂ ਨੂੰ ਪਤਾ ਵੀ ਆਪਾਂ ਕੋਈ ਫੰਕਸ਼ਨ ਹੈ, ਆਪਣੇ ਪ੍ਰੋਗਰਾਮ ਹੈ, ਆਪਾਂ ਪੱਖੇ ਲਾਉਣੇ ਨੇ, ਹਨਾ, ਤਾਂ ਉੱਥੇ ਇੱਕ ਸੈਂਟਰ ਦੇ ਵਿੱਚ ਆਪਾਂ ਐਕਸਟੈਂਸ਼ਨ ਬੋਰਡ ਯੂਜ਼ ਕਰਦੇ ਹਾਂ,
ਉਹਦੇ ਨਾਲ ਹੀ ਸਾਰੇ ਡਿਵਾਈਸ ਆਪਾਂ ਲਗਾ ਦਿੰਦੇ ਹਾਂ। ਉਵੇਂ ਹੀ ਹੱਬ ਇੱਕ ਡਿਵਾਈਸ ਹੈ ਜਿਹਦੇ ਨਾਲ ਆਪਾਂ ਸਾਰੇ ਕੰਪਿਊਟਰ ਲਗਾ ਸਕਦੇ ਹਾਂ। ਇਹ ਹੱਬ ਇੱਕ ਡਿਵਾਈਸ ਹੈ, ਨੈਟਵਰਕ ਡਿਵਾਈਸ, ਇਹ ਸਾਰੇ ਕੀ ਨੇ, ਸਾਈਡ ਵਾਲੇ ਕੰਪਿਊਟਰ ਲੱਗੇ ਹੋਏ ਨੇ। ਤਾਂ ਇਹ ਪੋਰਟਸ ਦੀ ਗੱਲ ਕਰੀਏ ਤਾਂ ਆ ਇਹਨਾਂ ਨੂੰ ਪੋਰਟ ਬੋਲ ਦਿੰਦੇ ਆ, ਜਿੱਥੇ ਕੰਪਿਊਟਰ ਨੂੰ ਆਪਾਂ ਅਟੈਚ ਕਰ ਦਿੰਦੇ ਆ, ਇਹ ਪੋਰਟ ਬੋਲ ਦਿੰਦੇ ਆ ਆਪਾਂ ਇਹਨੂੰ, ਠੀਕ ਹੈ। ਹੁਣ ਹੱਬ ਦੀ ਪ੍ਰੋਬਲਮ ਕੀ ਸੀਗੀ, ਤਾਂ ਉਸ ਤੋਂ ਪਹਿਲਾਂ ਤਿੰਨ ਟਰਮਾਂ ਸਮਝ ਲੈਂਦੇ ਆ। ਇੱਕ ਆਪਣੇ ਕੋਲੇ ਹੁੰਦਾ ਯੂਨੀਕਾਸਟ, ਲਿਖ ਲਿਓ ਨਾਲ ਨਾਲ, ਯੂਨੀਕਾਸਟ, ਮਲਟੀਕਾਸਟ ਤੇ ਬ੍ਰੌਡਕਾਸਟ। ਹੁਣ ਸਪੋਜ਼ ਕਰੋ ਜਿੰਨੇ ਵੀ ਤੁਸੀਂ ਵੀਡੀਓ ਦੇਖ ਰਹੇ ਹੋ, ਮੈਂ ਤੁਹਾਨੂੰ ਇੱਕ ਜਣੇ ਨੂੰ ਮੈਸੇਜ ਭੇਜਾਂ, WhatsApp ਕਰਦੇ ਆ, ਚਾਹੇ ਈਮੇਲ ਕਰਦੇ ਆ, ਚਾਹੇ ਕੁਝ ਵੀ ਕਰਦਾ, ਤਾਂ ਮੈਂ ਸਿੰਗਲ ਬੰਦੇ ਨੂੰ ਮੈਸੇਜ ਭੇਜ ਰਿਹਾ ਤਾਂ ਉਹ ਕੀ ਹੋਊਗਾ, ਯੂਨੀਕਾਸਟ। ਤੇ ਜੇ ਮੈਂ ਗਰੁੱਪ ਨੂੰ ਭੇਜ ਦਿਆਂ, ਮੰਨ ਲਓ ਤੁਸੀਂ 300 ਬੰਦੇ ਨੇ ਵੀਡੀਓ ਦੇਖੀ, 300 ਦੇ ਵਿੱਚੋਂ ਮੈਂ 50 ਬੰਦਿਆਂ ਨੂੰ ਮੈਸੇਜ ਭੇਜਿਆ ਤਾਂ ਉਹ ਕੀ ਹੋ ਗਿਆ, ਮਲਟੀਕਾਸਟ। ਜੇ ਮੈਂ 300 ਦੇ 300 ਨੂੰ ਹੀ ਮੈਸੇਜ ਭੇਜੂਗਾ ਤਾਂ ਉਹ ਕੀ ਹੋ ਜਾਊਗਾ, ਬ੍ਰੌਡਕਾਸਟ। ਤਾਂ ਯੂਨੀਕਾਸਟ ਦਾ ਮਤਲਬ ਹੁੰਦਾ ਸਿੰਗਲ, ਕਮਿਊਨੀਕੇਸ਼ਨ ਵਿਦ ਸਿੰਗਲ ਪਰਸਨ ਆਪਾਂ ਕਹਿ ਸਕਦੇ ਹਾਂ। ਯੂਨੀਕਾਸਟ ਦਾ ਮਤਲਬ ਸਿੰਗਲ, ਮਲਟੀਕਾਸਟ ਦਾ ਮਤਲਬ ਗਰੁੱਪ ਤੇ ਬ੍ਰੌਡਕਾਸਟ ਦਾ ਮਤਲਬ ਆਲ, ਠੀਕ ਹੈ। ਤਾਂ ਹੁਣ ਹੱਬ ਦੀ ਪ੍ਰੋਬਲਮ ਇਹ ਸੀਗੀ ਵੀ ਜਿਵੇਂ ਸਪੋਜ਼ ਕਰੋ ਇੱਕ ਨੰਬਰ ਕੰਪਿਊਟਰ ਹੈ, ਇਹ 3 ਨੰਬਰ ਕੰਪਿਊਟਰ ਹੈ। ਇੱਕ ਨੰਬਰ ਨੇ ਜੇਕਰ 3 ਨੰਬਰ ਨੂੰ ਮੈਸੇਜ ਭੇਜਣਾ ਤਾਂ ਪਹਿਲਾਂ ਇੱਥੇ ਹੱਬ ਕੋਲੇ ਜਾਊਗਾ। ਹੱਬ ਨੂੰ ਨਹੀਂ ਪਤਾ ਲੱਗਦਾ ਉਹਦੇ ਨਾਲ 3 ਨੰਬਰ ਕਿੱਥੇ ਲੱਗਿਆ। ਹੱਬ ਨੇ ਸਾਰੇ ਪਾਸੇ ਹੀ ਫਾਰਵਰਡ ਕਰ ਦੇਣਾ, ਇੱਧਰ ਵੀ ਮੈਸੇਜ ਜਾਊਗਾ, ਇੱਧਰ ਵੀ ਜਾਊਗਾ, ਇੱਧਰ ਵੀ ਜਾਊਗਾ, ਇੱਧਰ ਵੀ ਤੇ ਇੱਧਰ ਵੀ। ਤਾਂ ਹੱਬ ਕਿਹੜਾ ਡਿਵਾਈਸ ਹੋਇਆ ਫਿਰ, ਯੂਨੀਕਾਸਟ ਕਰਦਾ, ਮਲਟੀਕਾਸਟ ਕਰਦਾ ਕਿ ਬ੍ਰੌਡਕਾਸਟ ਕਰਦਾ। ਤਾਂ ਹੱਬ ਇੱਕ ਬ੍ਰੌਡਕਾਸਟ ਡਿਵਾਈਸ ਹੈ, ਬ੍ਰੌਡਕਾਸਟ। ਤਾਂ ਇਹ ਬੜੀ ਵੱਡੀ ਡਿਸਐਡਵਾਂਟੇਜ ਸੀਗੀ ਵੀ ਅਨਨੈਸੈਸਰਲੀ ਟ੍ਰੈਫਿਕ ਕ੍ਰੀਏਟ ਹੋ ਰਿਹਾ ਸੀ ਨੈਟਵਰਕ ਦੇ ਵਿੱਚ। ਹੱਬ ਦੇ ਵਿੱਚ ਮੈਸੇਜ ਆਇਆ, ਉਹਨੇ ਸਾਰਿਆਂ ਨੂੰ ਭੇਜਤਾ। ਹੋ ਸਕਦਾ ਤੁਸੀਂ ਕਿਸੇ ਨੂੰ 143 ਲਿਖਣਾ ਹੋਵੇ ਤੇ ਉਹ ਸਾਰਿਆਂ ਨੂੰ ਚੱਲਿਆ ਜਾਵੇ ਤੇ ਸਾਰਿਆਂ ਦਾ ਹੀ ਤੁਹਾਨੂੰ ਰਿਪਲਾਈ ਆ ਜਾਵੇ ਯੈਸ ਯੈਸ ਯੈਸ, ਹੈ ਨਾ। ਤਾਂ ਫਿਰ ਕੰਮ ਖਰਾਬ ਹੋ ਜਾਊਗਾ। ਚਲੋ ਖਰਾਬ ਤਾਂ ਕੀ ਹੋਊਗਾ, ਕਈ ਬੰਦਿਆਂ ਨੂੰ ਤਾਂ ਠੀਕ ਲੱਗਦਾ ਵੀ ਇੰਨੇ ਪਾਸੇ ਰਿਪਲਾਈ ਆ ਗਿਆ, ਹਨਾ। ਪਰ ਅਸਲ ਦੇ ਵਿੱਚ ਅਨਨੈਸੈਸਰੀ ਟ੍ਰੈਫਿਕ ਹੈ, ਜਿਵੇਂ ਹੁਣ ਆਪਾਂ ਨੂੰ ਮੈਸੇਜ ਆਉਂਦੇ ਰਹਿੰਦੇ ਫੋਨ ਦੇ ਵਿੱਚ, ਹਨਾ। ਸੋ ਇਸ ਤਰੀਕੇ ਨਾਲ ਹੱਬ ਕੋਈ ਬੜਾ ਵਧੀਆ ਨਹੀਂ ਸੀ। ਸ਼ੁਰੂ ਦੇ ਵਿੱਚ ਇਹ ਟੈਕਨੋਲੋਜੀ ਆਈ ਸੀ। ਕੋਈ ਵੀ ਟੈਕਨੋਲੋਜੀ ਹੈ ਜਿਹੜੀ ਉਹਦੀ ਐਡਵਾਂਸਮੈਂਟ ਹੌਲੀ ਸਮੇਂ ਨਾਲ ਹੁੰਦੀ ਹੈ। ਤਾਂ ਸਭ ਤੋਂ ਇਹਦਾ ਸੀਗਾ ਇੱਕ ਬ੍ਰੌਡਕਾਸਟ ਡਿਵਾਈਸ ਸੀਗਾ। ਦੂਸਰਾ ਇਹਨੂੰ ਕਹਿ ਦਿੰਦੇ ਆਪਾਂ ਪੈਸਿਵ ਡਿਵਾਈਸ ਸੀ। ਪੈਸਿਵ ਡਿਵਾਈਸ, ਸੁਸਤ ਜਿਹਾ ਬੰਦਾ ਸੀ, ਇਹਨੂੰ ਪਤਾ ਨਹੀਂ ਲੱਗਦਾ ਸੀ ਵੀ ਕਿੱਧਰੋਂ ਕਿੱਧਰ ਭੇਜਣਾ। ਪੈਸਿਵ ਡਿਵਾਈਸ ਸੀਗਾ, ਇੰਟੈਲੀਜੈਂਟ ਨਹੀਂ ਸੀ, ਆਪਾਂ ਕਹਿ ਸਕਦੇ ਹਾਂ, ਠੀਕ ਹੈ। ਤੇ ਇਸੇ ਚੀਜ਼ ਨੂੰ ਦੂਰ ਕਰਨ ਦੇ ਲਈ ਆਪਣੇ ਕੋਲੇ ਜਿਹੜਾ ਨਵਾਂ ਡਿਵਾਈਸ ਆਇਆ ਸੀਗਾ ਉਹ ਸੀਗਾ ਬ੍ਰਿਜ। ਦੂਸਰਾ ਜਿਹੜਾ ਡਿਵਾਈਸ ਆਪਾਂ ਯੂਜ਼ ਕਰਾਂਗੇ, ਬ੍ਰਿਜ। ਬ੍ਰਿਜ ਨੇ ਕੀ ਕੀਤਾ, ਦੋ ਪਾਰਟਸ ਦੇ ਵਿੱਚ ਡਿਵਾਈਡ ਕਰਤਾ। ਸਪੋਜ਼ ਕਰੋ ਇਹ 6 ਕੰਪਿਊਟਰ ਲੱਗੇ ਹੋਏ ਸੀ, ਤਾਂ ਇੱਧਰ ਵੀ ਆਪਾਂ ਹੱਬ ਲਾ ਲਿਆ। ਸਪੋਜ਼ ਕਰੋ ਇੱਕ ਰਾਈਟ ਹੈਂਡ ਸਾਈਡ ਤੇ ਹੱਬ ਲਗਾ ਲਈ, ਇੱਕ ਆਪਾਂ ਲੈਫਟ ਹੈਂਡ ਸਾਈਡ ਤੇ ਹੱਬ ਲਗਾ ਲਈ। ਹੁਣ ਜਿੱਥੇ 6 ਕੰਪਿਊਟਰ ਲੱਗੇ ਸੀ, ਹੁਣ ਹਰੇਕ ਹੱਬ ਦੇ ਨਾਲ ਕਿੰਨੇ ਕੰਪਿਊਟਰ ਰਹਿ ਗਏ, 3 ਰਹਿ ਗਏ। 3 ਹੋ ਗਏ। ਦੋ ਪਾਰਟਸ ਦੇ ਵਿੱਚ ਆਪਾਂ ਡਿਵਾਈਡ ਕਰਤਾ, ਜਾਂ ਤਾਂ ਇਹ ਕਹਿ ਲਓ, ਥੋੜੀ ਜਿਹੀ ਸਪੀਡ ਤੇਜ਼ ਕਰ ਲਿਓ। ਹਾਂ, ਹੁਣ ਇਹ ਹੈਗਾ 1 ਨੰਬਰ, ਇਹ ਹੈਗਾ 2 ਨੰਬਰ, ਇਹ 3 ਨੰਬਰ ਹੈ, ਇਹ 4 ਨੰਬਰ, 5 ਨੰਬਰ ਤੇ 6 ਨੰਬਰ। ਬ੍ਰਿਜ ਨੂੰ ਪਤਾ ਹੈ ਵੀ ਮੇਰੇ ਇਧਰਲੀ ਸਾਈਡ ਤੇ 1 ਤੋਂ ਲੈ ਕੇ 3 ਕੰਪਿਊਟਰ ਹੈ, ਇਧਰਲੀ ਸਾਈਡ ਤੇ ਮੇਰੇ ਕੋਲੇ 4 ਤੋਂ ਲੈ ਕੇ 6 ਨੰਬਰ ਕੰਪਿਊਟਰ ਹੈ। ਤਾਂ ਹੁਣ ਜੇ 1 ਨੰਬਰ ਨੇ 3 ਨੰਬਰ ਨੂੰ ਮੈਸੇਜ ਭੇਜਣਾ ਇੱਥੋਂ, ਤਾਂ ਹੱਬ ਕੋਲੇ ਗਿਆ, ਪਹਿਲਾਂ ਇੱਥੇ ਜਾਊਗਾ ਮੈਸੇਜ, ਠੀਕ ਹੈ। ਇੱਥੋਂ ਇਹਨੂੰ ਪਤਾ ਲੱਗ ਗਿਆ ਇੱਧਰ ਹੀ ਹੈ, ਤਾਂ ਇੱਧਰ ਆ ਕੇ ਹੱਬ ਸਾਰਿਆਂ ਨੂੰ ਬ੍ਰੌਡਕਾਸਟ ਕਰ ਦੂਗਾ। ਤਾਂ ਪਹਿਲਾਂ ਕਿੰਨਿਆਂ ਨੂੰ ਬ੍ਰੌਡਕਾਸਟ ਹੋ ਰਿਹਾ ਸੀ, ਪਹਿਲਾਂ 6 ਕੰਪਿਊਟਰਾਂ ਨੂੰ ਬ੍ਰੌਡਕਾਸਟ ਹੋ ਰਿਹਾ ਸੀ, ਤੇ ਹੁਣ ਸਿਰਫ ਆਹ 2 ਕੋਲੇ ਜਾਊਗਾ, ਕਿਉਂਕਿ ਆਪਣੇ ਆਪ ਨੂੰ ਛੱਡ ਕੇ ਕਰਦਾ ਨਾ, ਤਾਂ ਆਹ ਵਾਲੇ ਬਚ ਗਏ। ਤਾਂ ਬ੍ਰਿਜ ਸੀਗਾ ਇੱਕ ਡਿਵਾਈਡ ਕਰ ਦਿੰਦਾ 2 ਸੈਗਮੈਂਟਸ ਦੇ ਵਿੱਚ ਲੈਨ ਦੇ। ਇਹ ਸੈਗਮੈਂਟ 1 ਹੈ, ਇਹ ਸੈਗਮੈਂਟ 2 ਹੈ, ਠੀਕ ਹੈ। ਤਾਂ ਇਹ ਬ੍ਰਿਜ ਨੇ 2 ਸੈਗਮੈਂਟਸ ਦੇ ਵਿੱਚ ਲੈਨ ਨੂੰ, ਲੋਕਲ ਏਰੀਆ ਨੈਟਵਰਕ ਨੂੰ ਡਿਵਾਈਡ ਕੀਤਾ। ਤਾਂ ਇੱਥੇ ਕੰਡੀਸ਼ਨ ਇਹ ਹੈ ਵੀ ਸਾਰੇ ਜਿਹੜੇ ਡਿਵਾਈਸ ਲੱਗੇ ਨੇ ਉਹ ਸੇਮ ਪ੍ਰੋਟੋਕਾਲ ਯੂਜ਼ ਕਰਦੇ ਹੋਣੇ ਚਾਹੀਦੇ ਨੇ। ਸੇਮ ਪ੍ਰੋਟੋਕਾਲ ਕੀ ਹੁੰਦਾ ਇਹ ਮੈਂ ਦੱਸਦਾ ਅੱਗੇ ਜਾ ਕੇ, ਆਪਾਂ ਜਦੋਂ ਸਵਿਚ ਡਿਸਕਸ ਕਰਦੇ ਹਾਂ ਉੱਥੇ ਆਪਾਂ ਦੇਖਦੇ ਹਾਂ। ਤਾਂ ਬ੍ਰਿਜ ਆਪਾਂ ਕਹਿ ਸਕਦੇ ਹਾਂ ਯੂਨੀਕਾਸਟ ਡਿਵਾਈਸ ਹੈ, ਦੂਜਾ ਇਹ ਇੰਟੈਲੀਜੈਂਟ ਹੈ, ਇੰਟੈਲੀਜੈਂਸ,
ठीक है, ब्रॉडकास्ट नहीं करता ये, यूनीकास्ट करता ते इंटैलीजेंट। इहनूं पता लग जांदा है मेरे किहड़े पोर्ट ते किहड़े डिवाइसेस लगे हुए ने। तां ये हब दी एक्सटेंशन सी आपां कह सकदे हां। ठीक है, हब दी प्रॉब्लम थोड़ी बहुत इहने सॉल्व कीती, बट इत्थे तां हजे भी साडा नुकसान तां हो रिहा ना। जे ਸੈਂਟਰ ਵਾਲਾ ਡਿਵਾਈਸ ਹੀ ਐ ਹੋਵੇ, ਉਹੀ ਯਾਦ ਰੱਖਣ ਲੱਗ ਜੇ ਵੀ ਜਿਹੜੇ ਨੂੰ ਭੇਜਣਾ ਉਸੇ ਨੂੰ ਭੇਜੇ, ਤਾਂ ਸਾਡੀ ਪ੍ਰੋਬਲਮ ਕਾਫੀ ਹੱਦ ਤੱਕ ਸੋਲਵ ਹੋ ਸਕਦੀ ਹੈ। ਤਾਂ ਬ੍ਰਿਜ ਦੀ ਹੋਰ ਪ੍ਰੋਬਲਮ ਇਹ ਸੀ ਵੀ ਇਹਦੇ ਵਿੱਚ ਪੋਰਟ ਘੱਟ ਸੀ, ਲੈਸਰ ਨੰਬਰ ਆਫ ਪੋਰਟਸ ਜਾਂ ਲੈਸ ਨੰਬਰ ਆਫ ਪੋਰਟਸ। ਤਾਂ ਇਹਦੇ ਵਿੱਚ 2 ਪੋਰਟ ਜਾਂ 4 ਪੋਰਟ ਹੀ ਆਉਂਦੇ ਸੀ, ਜਿਵੇਂ 2 ਪੋਰਟ ਹੈ ਤੇ 4 ਪੋਰਟ, ਇੰਨੇ ਕੁ ਹੀ ਬ੍ਰਿਜ ਦੇ ਆਉਂਦੇ ਸੀ, ਇੰਨੇ ਕੁ ਨੂੰ ਹੀ ਯਾਦ ਰੱਖ ਸਕਦਾ ਸੀ, ਕੱਲੇ ਕੱਲੇ ਨੂੰ ਯਾਦ ਨਹੀਂ ਰੱਖ ਸਕਦਾ ਸੀ। ਸੋ ਇਹਦੀ ਇਹ ਵਾਲੀ ਦਿੱਕਤ ਸੀ। ਇਹ ਵਾਲੀ ਦਿੱਕਤ ਨੂੰ ਦੂਰ ਕਰਨ ਦੇ ਲਈ ਨੈਕਸਟ ਜਿਹੜਾ ਡਿਵਾਈਸ ਆਇਆ ਸੀਗਾ ਉਹਦਾ ਨਾਮ ਸੀਗਾ ਸਵਿਚ। ਸਵਿਚ ਦੇ ਵਿੱਚ ਸਾਰੇ 6 ਦੇ 6 ਕੰਪਿਊਟਰ ਸਵਿਚ ਦੇ ਨਾਲ ਹੀ ਆਪਾਂ ਅਟੈਚ ਕਰ ਸਕਦੇ ਹਾਂ। ਛੇ ਦੇ 6 ਕੰਪਿਊਟਰ ਇੱਕ ਜਗ੍ਹਾ ਹੀ ਲੱਗੇ ਹੋਏ ਨੇ। ਤਾਂ ਹੁਣ ਸਪੋਜ਼ ਕਰੋ ਇਹ 1 ਨੰਬਰ ਹੈ, 2 ਨੰਬਰ, 3 ਨੰਬਰ, 4 5 6 ਜ਼ਿਆਦੇ ਹੋ ਗਏ 7, ਚਲੋ 7 ਲਗਾ ਲਓ, ਕੋਈ ਗੱਲ ਨਹੀਂ। ਤਾਂ ਹੁਣ ਜੇ 1 ਨੰਬਰ ਨੇ 3 ਨੰਬਰ ਨੂੰ ਮੈਸੇਜ ਭੇਜਣਾ, 1 ਨੰਬਰ ਨੇ 3 ਨੂੰ ਮੈਸੇਜ ਭੇਜਣਾ, ਤਾਂ ਇਹ ਉਸੇ ਨੂੰ ਹੀ ਜਾਊਗਾ, ਬਾਕੀ ਡਿਸਟਰਬ ਨਹੀਂ ਹੋਣਗੇ। ਤਾਂ ਸਵਿਚ ਦੇ ਕੋਲੇ ਕੈਪੇਬਿਲਿਟੀ ਆ ਗਈ, ਇਹ ਇੰਟੈਲੀਜੈਂਟ ਡਿਵਾਈਸ ਆ, ਇੰਟੈਲੀਜੈਂਟ, ਜਾਂ ਇਹਨੂੰ ਕਹਿ ਸਕਦੇ ਆ ਐਕਟਿਵ ਡਿਵਾਈਸ, ਜਾਂ ਇਹਨੂੰ ਕਹਿ ਸਕਦੇ ਆਪਾਂ ਯੂਨੀਕਾਸਟ। ਇਹ ਯੂਨੀਕਾਸਟ ਕਰਦਾ ਸੀ, ਇਹ ਮਲਟੀਕਾਸਟ ਤੇ ਬ੍ਰੌਡਕਾਸਟ ਨਹੀਂ ਕਰਦਾ ਸੀ। ਤੇ ਇਹ ਅਸਲ ਦੇ ਵਿੱਚ ਬ੍ਰਿਜ ਹੀ ਸੀਗਾ ਵਿਦ ਮੋਰ ਨੰਬਰ ਆਫ ਪੋਰਟਸ। ਤਾਂ ਸਵਿਚ ਇਜ਼ ਏ ਬ੍ਰਿਜ, is a bridge with more number of ports। ਤਾਂ ਇੱਕ ਤੋਂ ਜ਼ਿਆਦਾ, ਜਾਂ ਐਂ ਕਹਿ ਲਓ ਬ੍ਰਿਜ ਦੇ ਵਿੱਚ ਪੋਰਟਸ ਘੱਟ ਸੀ, ਜਿਹੜਾ ਕੰਮ ਨਹੀਂ ਹੋ ਰਿਹਾ ਸੀ ਉਹ ਸਵਿਚ ਨੇ ਪ੍ਰੋਵਾਈਡ ਕੀਤਾ। ਠੀਕ ਆ, ਤਾਂ ਸਵਿਚ ਇੱਕ ਲੋਕਲ ਏਰੀਆ LAN ਦੇ ਵਿੱਚ ਯੂਜ਼ ਕੀਤਾ ਜਾਂਦਾ ਇੱਕ ਤੋਂ ਜ਼ਿਆਦਾ ਕੰਪਿਊਟਰ ਨੂੰ ਆਪਸ ਦੇ ਵਿੱਚ ਕਨੈਕਟ ਕਰਨ ਦੇ ਲਈ। ਤੇ ਇਹ ਮੈਕ ਐਡਰੈਸ ਦੇ ਨਾਲ ਕਮਿਊਨੀਕੇਟ ਕਰਦੇ ਆ। ਜੇ ਇੰਟਰਨੈਟ ਨਹੀਂ ਵੀ ਚੱਲਦਾ ਤਾਂ ਵੀ ਇੱਕ ਸਵਿਚ ਲਾ ਦਿਓ, ਸਾਰੇ ਕੰਪਿਊਟਰ ਆਪਸ ਦੇ ਵਿੱਚ ਕਮਿਊਨੀਕੇਟ ਕਰ ਲੈਣਗੇ। ਕਾਹਦੇ ਨਾਲ ਕਮਿਊਨੀਕੇਟ ਕਰ ਲੈਣਗੇ? ਮੈਕ ਐਡਰੈਸ ਨਾਲ, ਮੀਡੀਆ ਐਕਸੈਸ ਕੰਟਰੋਲ। ਮੈਕ ਐਡਰੈਸ ਆਪਾਂ ਨੂੰ ਪਤਾ ਹੈ, ਆਪਾਂ ਕੀਤਾ ਹੋਇਆ ਕਿ 48 ਬਿਟ ਦਾ ਹੁੰਦਾ ਹੈ, 48 ਡਿਵਾਈਡ ਬਾਈ 8 6 ਬਾਈਟ ਦਾ ਹੁੰਦਾ। ਆਈਪੀ ਐਡਰੈਸ ਆਪਾਂ ਨੂੰ ਪਤਾ ਕਿੰਨੇ ਬਿਟ ਦਾ ਹੁੰਦਾ, 32 ਬਿਟ ਦਾ ਹੁੰਦਾ, ਡਿਵਾਈਡ ਬਾਈ 8 ਕਰਾਂਗੇ 4 ਬਾਈਟ ਦਾ ਹੁੰਦਾ। ਆਈਪੀ ਦੋ ਤਰ੍ਹਾਂ ਦੇ ਹੁੰਦੇ ਨੇ, IPv4 ਤੇ IPv6। IPv4 ਹੁੰਦਾ 32 ਬਿਟ ਦਾ, IPv6 ਹੁੰਦਾ ਜਿਹੜਾ 128 ਬਿਟ ਦਾ ਹੁੰਦਾ। ਤੁਹਾਨੂੰ ਕਲੀਅਰ ਹੋਣਾ, ਪੁਰਾਣੀਆਂ ਵੀਡੀਓ ਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਕਰਾਇਆ ਹੋਇਆ ਮੈਂ। ਠੀਕ ਹੈ, ਤਾਂ ਹੁਣ ਇੱਥੇ ਇਹ ਪ੍ਰੋਬਲਮ ਹੈ। ਹੁਣ ਆਪਾਂ ਸਮਝਦੇ ਹਾਂ ਵੀ ਨੈਟਵਰਕ ਕੀ ਹੁੰਦਾ ਹੈ। ਦੋ ਚੀਜ਼ਾਂ ਸਮਝਾਂਗੇ, ਇੱਕ ਨੈਟਵਰਕ ਤੇ ਦੂਸਰਾ ਟੋਪੋਲੋਜੀ। ਟੋਪੋਲੋਜੀ ਨਹੀਂ, ਪ੍ਰੋਟੋਕੋਲ, ਸੌਰੀ ਪ੍ਰੋਟੋਕੋਲ। ਪਹਿਲਾ ਨੈਟਵਰਕ, ਦੂਸਰਾ ਪ੍ਰੋਟੋਕੋਲ। ਤਾਂ ਹੁਣ ਜੇ ਆਪਾਂ ਟੈਕਨੀਕਲ ਭਾਸ਼ਾ ਦੇ ਵਿੱਚ ਜਾਵਾਂਗੇ, ਪ੍ਰੋਟੋਕੋਲ ਕੀ ਹੁੰਦਾ, ਜਿਵੇਂ HTTP ਪ੍ਰੋਟੋਕੋਲ ਹੈ, ਨੈਟਵਰਕ ਦੋ ਵੱਖਰੇ ਵੱਖਰੇ ਕਿਵੇਂ ਹੋ ਸਕਦੇ ਨੇ, ਉਹ ਥੋੜਾ ਕੰਪਲੈਕਸ ਹੋ ਜਾਊਗਾ। ਤਾਂ ਮੈਂ ਤੁਹਾਨੂੰ ਲੇਮੈਨ ਟਰਮ ਦੇ ਵਿੱਚ ਹੀ ਸਮਝਾਊਂਗਾ, ਤਾਂ ਕਰਕੇ ਤੁਹਾਨੂੰ ਸਮਝਣਾ ਸੌਖਾ ਰਵੇ। ਆਪਣਾ ਤਾਂ ਸਵਾਲ ਹੀ ਸੋਲਵ ਕਰਨਾ ਮੇਨ, ਹੈ ਨਾ, ਕਿਉਂਕਿ ਜ਼ਿਆਦਾ ਪੁੱਛਿਆ ਨਹੀਂ ਜਾਂਦਾ। ਇਹ ਕੰਪਿਊਟਰ ਸਾਇੰਸ ਦਾ ਪਾਰਟ ਹੈ ਮੇਨ, ਜਿੰਨੀ ਕੁ ਲੋੜ ਹੈ ਉਸ ਤਰੀਕੇ ਨਾਲ ਮੈਂ ਤੁਹਾਨੂੰ ਆਪਾਂ ਕਵਰ ਕਰਦੇ ਹਾਂ। ਨੈਟਵਰਕ ਦੀ ਆਪਾਂ ਗੱਲ ਕਰੀਏ, ਸਪੋਜ਼ ਕਰੋ ਜਿਵੇਂ BSNL ਦਾ ਆਪਾਂ ਸੀਰੀਜ਼ ਪਹਿਲਾਂ ਸਟਾਰਟਿੰਗ ਦੇ ਵਿੱਚ ਆਈ ਸੀ, ਇੱਕ 94 ਵਾਲੀ ਸੀਰੀਜ਼ ਹੈ, ਇਹ ਆਪਾਂ ਕਹਿ ਲਈਏ ਨੈਟਵਰਕ 1 ਹੈ। ਤੇ ਇੱਕ ਕਹਿ ਲਈਏ 98 ਵਾਲੀ ਸੀਰੀਜ਼ ਆਈ ਸੀ ਫੋਨਾਂ ਦੀ, ਨੰਬਰਾਂ ਦੀ, ਹੈ ਨਾ, ਇਹ ਕਹਿ ਲਈਏ ਨੈਟਵਰਕ 2 ਹੈ। ਦੋ ਵੱਖੋ ਵੱਖਰੇ ਨੈਟਵਰਕ ਨੇ, ਇੱਕ BSNL ਦਾ ਨੈਟਵਰਕ ਆ, ਇੱਕ ਏਅਰਟੈਲ ਦਾ ਨੈਟਵਰਕ ਆ, ਸਪੋਜ਼ ਕਰਕੇ ਚੱਲਦੇ ਹੈ ਨਾ। ਤਾਂ ਜਿਹੜੇ ਆਹ ਕੰਪਿਊਟਰ ਨੇ ਇਹ ਸਾਰੇ ਹੀ 94 ਵਾਲੇ ਨੇ, ਇਹਦੇ ਵਿੱਚ ਕੋਈ ਵੀ ਕੰਪਿਊਟਰ 98 ਵਾਲਾ ਨਹੀਂ। ਕਿਉਂ ਨਹੀਂ 98 ਵਾਲਾ? ਕਿਉਂਕਿ ਸਵਿਚ ਅਲਾਉ ਹੀ ਨਹੀਂ ਕਰਦਾ। ਸਵਿਚ ਕੀ ਅਲਾਉ ਕਰਦਾ ਹੈ ਕਿ ਆਲ ਦੀ ਡਿਵਾਈਸਿਸ ਮਸਟ ਹੈਵ ਸੇਮ ਨੈਟਵਰਕ। ਤਾਂ ਇੱਥੇ ਆਪਾਂ ਅਗਲਾ ਪੁਆਇੰਟ ਲਿਖ ਸਕਦੇ ਹਾਂ, ਮਸਟ ਹੈਵ ਸੇਮ ਨੈਟਵਰਕ। ਤਾਂ ਹੁਣ ਪ੍ਰੋਬਲਮ ਪੈ ਗਈ ਕਿ ਇੱਕ ਡਿਵਾਈਸ ਹੈ ਨਵਾਂ, ਮੰਨ ਲਓ ਉਹਦਾ ਨੈਟਵਰਕ ਹੈਗਾ 98 ਵਾਲਾ, ਤਾਂ ਉਹਨੂੰ ਆਪਾਂ ਕਨੈਕਟ ਕਰਨਾ ਸਵਿਚ ਦੇ ਨਾਲ, ਤਾਂ ਆਪਾਂ ਕਿਵੇਂ ਕਰਾਂਗੇ? ਤਾਂ ਇਹ ਬੜੀ ਪ੍ਰੋਬਲਮ ਆ ਗਈ। ਇੱਥੇ ਆਪਾਂ ਲਾ ਨਹੀਂ ਸਕਦੇ ਕਿਉਂਕਿ ਸਵਿਚ ਅਲਾਉ ਹੀ ਨਹੀਂ ਕਰਦਾ, ਇਹਦਾ ਕਮਿਊਨੀਕੇਸ਼ਨ ਨਹੀਂ ਹੋਣਾ, ਚੱਲਣਾ ਹੀ, ਡਿਵਾਈਸ ਬੰਦ ਪਿਆ ਰਹੂਗਾ। ਤਾਂ ਫਿਰ ਇੱਕ ਆਪਾਂ ਨਵਾਂ ਸਵਿਚ ਲਗਾਵਾਂਗੇ। ਨਵਾਂ ਸਵਿਚ ਆਪਾਂ ਲਗਾ ਕੇ ਇਹਨੂੰ ਆਪਾਂ ਪਹਿਲਾਂ ਅਰੇਂਜ ਕਰ ਲੈਂਦੇ ਹਾਂ।
ਨਵਾਂ ਸਵਿਚ ਲਗਾ ਕੇ ਉਹਦੇ ਨਾਲ ਜਿੰਨੇ ਵੀ 98 ਵਾਲੇ ਡਿਵਾਈਸ ਹੋਣਗੇ ਉਹ ਆਪਾਂ ਨਵੇਂ ਸਵਿਚ ਦੇ ਨਾਲ ਲਗਾ ਲਾਂਗੇ। ਠੀਕ ਹੈ, ਸਪੋਜ਼ ਕਰੋ ਇਹ ਹੈਗਾ ਸਵਿਚ 2, ਇਹਦੇ ਨਾਲ ਆਪਾਂ 98 ਵਾਲੇ ਕੰਪਿਊਟਰ ਲਗਾ ਲੈਣੇ। 98, ਇਹ ਵੀ 98 ਵਾਲਾ, ਸਪੋਜ਼ ਕਰੋ ਦੋ ਹੀ ਲੱਗੇ ਹੋਏ ਨੇ। ਤਾਂ ਹੁਣ 98 ਵਾਲੇ ਨੂੰ ਆਪਾਂ ਇੱਥੇ ਨਹੀਂ ਲਾ ਸਕਦੇ ਸੀ ਕਿ ਕੋਈ ਨੈਟਵਰਕ ਵੱਖੋ ਵੱਖਰਾ ਹੋ ਗਿਆ, ਤਾਂ ਇਸ ਸਵਿਚ ਨੂੰ ਆਪਸ ਦੇ ਵਿੱਚ ਨਹੀਂ ਜੋੜ ਸਕਦੇ, ਕਿਉਂਕਿ ਫਿਰ ਤਾਂ ਉਹੀ ਗੱਲ ਹੋ ਗਈ ਨਾ, ਇੱਕ ਪਾਸੇ 94 ਵਾਲਾ ਨੈਟਵਰਕ, ਇੱਕ ਪਾਸੇ 98 ਵਾਲਾ। ਤਾਂ ਇਹਨਾਂ ਨੂੰ ਆਪਸ ਦੇ ਵਿੱਚ ਕਮਿਊਨੀਕੇਟ ਕਰਾਉਣ ਦੇ ਲਈ ਇੱਕ ਡਿਵਾਈਸ ਵਰਤਿਆ ਜਾਂਦਾ ਹੈ ਜਿਹਦਾ ਨਾਮ ਹੈਗਾ ਰਾਊਟਰ। ਰਾਊਟਰ, ਠੀਕ ਹੈ। ਤਾਂ ਰਾਊਟਰ ਨੂੰ ਆਪਾਂ ਕਹਿ ਸਕਦੇ ਹਾਂ ਰਾਊਟਰ ਯੂਜ਼ ਟੂ ਕਨੈਕਟ ਟੂ ਡਿਫਰੈਂਟ ਨੈਟਵਰਕ। ਇਹ ਸੀਗਾ ਨੈਟਵਰਕ 1, ਨੈਟਵਰਕ 1, ਇਹ ਹੈਗਾ ਆਪਣੇ ਕੋਲੇ ਨੈਟਵਰਕ 2। ਤਾਂ ਰਾਊਟਰ ਜਿਹੜਾ ਹੁੰਦਾ ਹੈ ਯੂਜ਼ ਟੂ ਕਨੈਕਟ ਡਿਫਰੈਂਟ ਨੈਟਵਰਕ, ਡਿਫਰੈਂਟ ਨੈਟਵਰਕ, ਤੇ ਮੇਨਲੀ ਪ੍ਰੋਵਾਈਡ ਰਾਊਟਿੰਗ ਫੈਸਿਲਿਟੀ। ਰਾਊਟਿੰਗ, ਰਾਊਟਿੰਗ ਦਾ ਮਤਲਬ ਹੁੰਦਾ ਪਾਥ ਦੇਣਾ। ਜਿਵੇਂ ਹੁਣ ਗੂਗਲ ਮੈਪ ਆਪਾਂ ਨੂੰ ਪਾਥ ਦਿੰਦਾ ਨਾ, ਆਪਾਂ ਕਿਤੇ ਵੀ ਜਾਣਾ ਹੋਵੇ ਗੂਗਲ ਮੈਪ ਤੇ ਸਰਚ ਕਰਦੇ ਹਾਂ, ਸ਼ਾਰਟੈਸਟ ਪਾਥ ਸਾਨੂੰ ਕੱਢ ਕੇ ਦਿੰਦਾ। ਜੇ ਅਸੀਂ ਰਸਤਾ ਮੋੜ ਲਗੇ, ਮੰਨ ਲਓ ਸਿੱਧੇ ਜਾ ਰਹੇ ਸੀ, ਮੈਪ ਸਿੱਧਾ ਦੱਸ ਰਿਹਾ ਸੀ, ਬਾਈ ਚਾਂਸ ਕਿਹਾ ਵੀ ਇੱਧਰ ਦੀ ਜਾਵਾਂਗੇ ਤਾਂ ਉੱਧਰ ਦੀ ਪਾਥ ਬਣਾਉਂਦਾ। ਤਾਂ ਗੂਗਲ ਮੈਪ ਸਾਨੂੰ ਇੱਕ ਰਾਊਟਿੰਗ ਫੈਸਿਲਿਟੀ ਪ੍ਰੋਵਾਈਡ ਕਰਦਾ। ਉਵੇਂ ਹੀ ਰਾਊਟਰ ਹੈ ਜਿਹੜਾ ਕੰਪਿਊਟਰ ਦੇ ਵਿੱਚ, ਇਹ ਸਾਨੂੰ ਕੀ ਦਿੰਦਾ, ਰੂਟਿੰਗ ਦਿੰਦਾ, ਰਾਊਟਿੰਗ ਫੈਸਿਲਿਟੀ ਪ੍ਰੋਵਾਈਡ ਕਰਦਾ। ਤੇ ਦੋ ਡਿਫਰੈਂਟ ਨੈਟਵਰਕ ਨੂੰ ਆਪਸ ਦੇ ਵਿੱਚ ਕੰਬਾਈਨ ਕਰਨ ਦੇ ਲਈ ਇਹ ਵਰਤਿਆ ਜਾਂਦਾ। 98 ਵਾਲਾ ਸਵਿਚ 1 ਦੇ ਵਿੱਚ ਨਹੀਂ ਲਗਾ ਸਕਦੇ, ਤਾਂ ਨਵਾਂ ਸਵਿਚ ਲਾ ਕੇ ਉਹਦੇ ਨਾਲ ਸਾਰੇ 98 ਵਾਲੇ ਲਾ ਦਿਓ। 94 ਵਾਲਾ ਇੱਧਰ ਨਹੀਂ ਲਾ ਸਕਦੇ, ਜੇ ਕੋਈ 94 ਵਾਲਾ ਲਾਉਣਾ ਉਹ ਇੱਧਰ ਲੱਗੂਗਾ। ਜੇ ਕੋਈ ਵੱਖਰਾ ਨੈਟਵਰਕ ਹੈ 93 78 ਵਾਲਾ ਲਾਉਣਾ ਹੈ ਤਾਂ ਨਵਾਂ ਸਵਿਚ ਲਾ ਕੇ ਰਾਊਟਰ ਦੇ ਨਾਲ ਲਗਾ ਦਾਂਗੇ। ਤਾਂ ਗੱਲ ਕਲੀਅਰ ਹੋ ਗਈ ਮੈਨੂੰ ਲੱਗਦਾ। ਸਵਿਚ ਜਿਹੜਾ ਹੈਗਾ ਇਹ ਬ੍ਰਿਜ ਹੀ ਹੈ ਵਿਦ ਮੋਰ ਨੰਬਰ ਆਫ ਪੋਰਟਸ ਹੈ, ਤੇ ਸਵਿਚ ਦੇ ਵਿੱਚ ਮਸਟ ਹੈਵ ਸੇਮ ਨੈਟਵਰਕ। ਸਾਰੇ ਡਿਵਾਈਸ ਜਿਹੜੇ ਲੱਗੇ ਹੋਏ ਨੇ ਉਹ ਸੇਮ ਨੈਟਵਰਕ ਦੇ ਵਿੱਚ ਹੀ ਕੰਮ ਕਰਦਾ। ਜੇ ਡਿਫਰੈਂਟ ਨੈਟਵਰਕ ਦੇ ਡਿਵਾਈਸ ਆਪਸ ਦੇ ਵਿੱਚ ਕਨੈਕਟ ਕਰਨੇ ਨੇ ਤਾਂ ਆਪਾਂ ਕੀ ਯੂਜ਼ ਕਰ ਸਕਦੇ ਹਾਂ, ਰਾਊਟਰ ਯੂਜ਼ ਕਰ ਸਕਦੇ ਹਾਂ। ਠੀਕ ਹੈ, ਇਹ ਗੱਲ ਹੋ ਗਈ ਪਹਿਲੀ ਨੈਟਵਰਕਸ ਦੀ। ਦੂਜੀ ਆਪਾਂ ਗੱਲ ਕਰਦੇ ਹਾਂ ਪ੍ਰੋਟੋਕੋਲ ਦੀ। ਤਾਂ ਹੁਣ ਸਪੋਜ਼ ਕਰੋ ਕਿ ਆਪਣੇ ਕੋਲ ਇੱਕ ਡਿਵਾਈਸ ਹੈਗਾ 94 ਵਾਲਾ। ਜਿਵੇਂ ਆਪਾਂ ਆਹ ਸਾਰੇ ਡਿਵਾਈਸ ਨੇ, ਸਪੋਜ਼ ਕਰੋ ਇਹ ਜਿਹੜੀ ਪ੍ਰੋਟੋਕਾਲ ਫੋਲੋ ਕਰਦੇ ਨੇ, ਪ੍ਰੋਟੋਕਾਲ ਨੂੰ ਆਪਾਂ ਲੈਂਗੁਏਜ ਦੀ ਤਰ੍ਹਾਂ ਸਮਝ ਲੈਂਦੇ ਹਾਂ। ਪ੍ਰੋਟੋਕਾਲ ਤਾਂ ਹੁੰਦੇ ਰਹੇ ਸੈਟ ਆਫ ਰੂਲ ਹੀ ਨੇ, ਪਰ ਆਪਾਂ ਇੱਥੇ ਐਜ਼ ਏ ਲੈਂਗੁਏਜ ਸਮਝ ਲੈਂਦੇ ਹਾਂ। ਜਿਵੇਂ ਆਹ ਪੰਜਾਬੀ ਪ੍ਰੋਟੋਕਾਲ ਚੱਲਦੀ ਹੈ, ਇਹਦੇ ਤੇ ਵੀ ਪੰਜਾਬੀ, ਸਾਰਿਆਂ ਤੇ ਪੰਜਾਬੀ ਚੱਲਦੀ ਆ। ਪੰਜਾਬੀ, ਇਹਦੇ ਤੇ ਵੀ ਪੰਜਾਬੀ, ਇਹਦੇ ਤੇ ਵੀ ਪੰਜਾਬੀ। ਠੀਕ ਹੈ, ਤਾਂ ਸਵਿਚ ਹੈ ਜਿਹੜਾ ਇਹ ਅਲਾਓ ਹੀ ਨਹੀਂ ਕਰਦਾ। ਸਪੋਜ਼ ਕਰੋ 94 ਵਾਲਾ ਡਿਵਾਈਸ ਹੈ, ਜੇ ਆਪਾਂ ਹਜੇ ਕੋਈ ਆਪਾਂ ਪ੍ਰੋਟੋਕਾਲ ਦੀ ਗੱਲ ਨਹੀਂ ਕਰਦੇ, 94 ਵਾਲਾ ਸਵਿਚ 2 ਦੇ ਨਾਲ ਨਹੀਂ ਲੱਗ ਸਕਦਾ ਕਿਉਂਕਿ ਨੈਟਵਰਕ ਵੱਖਰਾ ਹੋ ਗਿਆ। 94 ਵਾਲਾ ਸਵਿਚ 1 ਦੇ ਨਾਲ ਲੱਗ ਸਕਦਾ ਕਿਉਂਕਿ ਨੈਟਵਰਕ ਸੇਮ ਆ। ਬਟ ਇਹ ਸਾਰੇ ਕਿਹੜੀ ਪ੍ਰੋਟੋਕਾਲ ਤੇ ਕੰਮ ਕਰਦੇ ਨੇ, ਇਹ ਪੰਜਾਬੀ ਲੈਂਗੁਏਜ ਇੱਕ ਪ੍ਰੋਟੋਕਾਲ ਤੇ ਕੰਮ ਕਰਦੇ ਨੇ। ਜੇ ਇਹਦੀ ਪ੍ਰੋਟੋਕਾਲ ਇੰਗਲਿਸ਼ ਆ ਤਾਂ 94 ਵਾਲਾ ਨੈਟਵਰਕ ਦਾ ਡਿਵਾਈਸ ਹੈ ਜਿਹੜਾ ਆਪਾਂ ਸਵਿਚ ਦੇ ਨਾਲ ਨਹੀਂ ਕਨੈਕਟ ਕਰ ਸਕਦੇ। ਤਾਂ ਸਵਿਚ ਦੀ ਪਹਿਲੀ ਕੰਡੀਸ਼ਨ ਕੀ ਸੀ ਕਿ ਮਸਟ ਹੈਵ ਸੇਮ ਨੈਟਵਰਕ। ਦੂਜੀ ਕੰਡੀਸ਼ਨ ਸਵਿਚ ਦੀ ਕੀ ਹੈ, ਮਸਟ ਹੈਵ ਸੇਮ ਪ੍ਰੋਟੋਕਾਲ। ਤਾਂ ਸਵਿਚ ਕਹਿੰਦਾ ਪ੍ਰੋਟੋਕਾਲ ਵੀ ਸੇਮ ਹੋਣਾ ਚਾਹੀਦਾ ਹੈ। ਜੇ ਪ੍ਰੋਟੋਕਾਲ ਵੱਖੋ ਵੱਖਰਾ ਹੈ ਤਾਂ ਫਿਰ ਸਵਿਚ ਦੇ ਨਾਲ ਆਪਾਂ ਕਨੈਕਟ ਨਹੀਂ ਕਰ ਸਕਦੇ। ਕੀ ਰਾਊਟਰ ਅਲਾਓ ਕਰਦਾ? ਤਾਂ ਆਪਾਂ ਇੱਥੇ ਜੇਕਰ ਦੇਖਦੇ ਹਾਂ 98 ਵਾਲਾ ਤਾਂ ਵੈਸੇ ਹੀ ਨਹੀਂ ਜਾ ਸਕਦਾ, ਪ੍ਰੋਟੋਕਾਲ ਵੱਖੋ ਵੱਖਰੀ ਦਾ ਤਾਂ ਉਹ ਹੀ ਨਹੀਂ ਹੋ ਸਕਦਾ ਹਨਾ। ਤਾਂ ਆਪਾਂ ਫਿਰ ਕੀ ਕਰਾਂਗੇ, ਇਸ ਨੂੰ ਕਨੈਕਟ ਕਰਾਂਗੇ ਇੱਕ ਨਵੇਂ ਸਵਿਚ ਦੇ ਨਾਲ। ਆਪਾਂ ਇਹਨਾਂ ਨੂੰ ਕਨੈਕਟ ਕਰਾਂਗੇ, ਨਵਾਂ ਸਵਿਚ ਲਾਵਾਂਗੇ ਜੇਕਰ ਆਪਾਂ 94 ਜਾਂ 98 ਵਾਲਾ ਲਾਉਣਾ ਚਾਹੁੰਦੇ ਹਾਂ ਡਿਵਾਈਸ। ਤਾਂ ਆਪਾਂ ਇੱਥੇ ਇੱਕ ਸਵਿਚ ਲਾ ਦਾਂਗੇ। ਪੈਨ ਆਪਾਂ ਬਦਲ ਲੈਂਦੇ ਹਾਂ ਥੋੜਾ ਜਿਹਾ। ਹਾਂ, ਇੱਕ ਨਵਾਂ ਆਪਾਂ ਸਵਿਚ ਲਾ ਦਾਂਗੇ, ਇਹਦੇ ਨਾਲ ਆਪਾਂ ਡਿਵਾਈਸ ਲਗਾ ਦਾਂਗੇ। ਡਿਵਾਈਸ ਆਪਣਾ ਹੈਗਾ 94 ਵਾਲਾ, ਪ੍ਰੋਟੋਕਾਲ ਹੁਣ ਇਹ ਇੰਗਲਿਸ਼ ਹੈ ਇਹਦੀ। ਠੀਕ ਹੈ, ਇੱਕ ਹੋਰ ਲਾ ਦਾਂਗੇ, ਸਪੋਜ਼ ਕਰੋ ਇਹ ਵੀ ਆਪਣਾ 94 ਵਾਲਾ ਤੇ ਇੰਗਲਿਸ਼ ਫੋਲੋ ਕਰਦਾ। ਇਹ ਸਵਿਚ 3 ਆ। ਕੀ ਹੁਣ ਰਾਊਟਰ ਦੇ ਨਾਲ ਇੱਥੇ ਜੋੜ ਦਾਂਗੇ? ਆਪਾਂ ਨਹੀਂ ਲਾ ਸਕਦੇ। ਰਾਊਟਰ ਕਹਿੰਦਾ ਨੈਟਵਰਕ ਡਿਫਰੈਂਟ ਹੋ ਜੇ ਚੱਲ ਜੂ, ਕੋਈ ਗੱਲ ਨਹੀਂ, ਬਟ ਮਸਟ ਹੈਵ ਸੇਮ ਪ੍ਰੋਟੋਕਾਲ।
ਤਾਂ ਰਾਊਟਰ ਅਲਾਉ ਹੀ ਨਹੀਂ ਕਰਦਾ ਡਿਫਰੈਂਟ ਪ੍ਰੋਟੋਕਾਲ ਨੂੰ। ਤਾਂ 2-3 ਗੱਲਾਂ ਯਾਦ ਰੱਖਣੀਆਂ। ਰਾਊਟਰ ਦੇ ਵਿੱਚ ਡਿਫਰੈਂਟ ਨੈਟਵਰਕ ਹੋ ਸਕਦਾ ਹੈ, ਰਾਊਟਿੰਗ ਦੇ ਲਈ ਹੈ ਮਸਟ ਹੈਵ ਸੇਮ ਪ੍ਰੋਟੋਕਾਲ। ਕਲੀਅਰ ਹੋਈ ਗੱਲ? ਤਾਂ ਫਿਰ ਆਪਾਂ ਇਹਨਾਂ ਨੂੰ ਕਨੈਕਟ ਕਰਨ ਦੇ ਲਈ ਜਿਹੜਾ ਡਿਵਾਈਸ ਲਾਵਾਂਗੇ ਉਹ ਹੁੰਦਾ ਗੇਟਵੇ। ਗੇਟਵੇ ਦੇ ਨਾਲ ਦੂਜਾ ਸਵਿਚ ਲਾ ਦਾਂਗੇ ਆਪਾਂ, ਠੀਕ ਹੈ। ਤੇ ਜੇ ਆਪਾਂ ਚਾਹੁੰਦੇ ਆ ਵੀ 98 ਵਾਲਾ ਇੱਕ ਨੈਟਵਰਕ ਹੋਰ ਲਾਉਣਾ ਆਪਾਂ ਜਿਹੜਾ ਇੰਗਲਿਸ਼ ਨੂੰ ਫੋਲੋ ਕਰਦਾ ਹੋਵੇ, ਇੰਗਲਿਸ਼ ਪ੍ਰੋਟੋਕਾਲ, ਤਾਂ ਇੱਥੇ ਤਾਂ ਨਹੀਂ ਲੱਗੂਗਾ। ਤਾਂ ਉਹਦੇ ਲਈ ਆਪਾਂ ਇੱਕ ਨਵਾਂ ਸਵਿਚ ਲਗਾਵਾਂਗੇ। ਉਹ ਸਵਿਚ ਦੇ ਨਾਲ ਡਿਵਾਈਸ ਲਗਾ ਕੇ ਤਾਂ ਫਿਰ ਇੱਥੇ ਆਪਾਂ ਲਗਾਵਾਂਗੇ ਰਾਊਟਰ। ਇਹ ਦੋਨੇ ਸਵਿਚ ਇਹਦੇ ਨਾਲ ਲੱਗ ਜਾਣਗੇ। ਰਾਊਟਰ ਕਿਹਦੇ ਨਾਲ ਲੱਗ ਜੂਗਾ? ਗੇਟਵੇ ਦੇ ਨਾਲ ਲੱਗ ਜੂਗਾ। ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਕਾਫੀ ਚੀਜ਼ਾਂ ਕਲੀਅਰ ਹੋ ਗਈਆਂ ਹੋਣਗੀਆਂ। ਮੈਂ ਦੁਬਾਰੇ ਦੱਸ ਦਿੰਦਾ, ਸਵਿਚ ਦੇ ਵਿੱਚ ਆਪਾਂ ਜਿਹੜੇ ਡਿਵਾਈਸ ਕਨੈਕਟ ਕਰਨੇ ਨੇ ਉਹਨਾਂ ਦਾ ਨੈਟਵਰਕ ਸੇਮ ਹੋਣਾ ਚਾਹੀਦਾ ਹੈ ਤੇ ਉਹ ਪ੍ਰੋਟੋਕਾਲ ਸੇਮ ਫੋਲੋ ਕਰਨੇ ਚਾਹੀਦੇ ਨੇ। ਜੇਕਰ ਇੱਕ ਵੱਖਰੇ ਨੈਟਵਰਕ ਦਾ ਆਪਾਂ ਡਿਵਾਈਸ ਲਾਉਣਾ ਤਾਂ ਆਪਾਂ ਰਾਊਟਰ ਯੂਜ਼ ਕਰਾਂਗੇ। ਤਾਂ ਰਾਊਟਰ ਕੀ ਅਲਾਉ ਕਰਦਾ ਹੈ? ਡਿਫਰੈਂਟ ਨੈਟਵਰਕ ਹੋ ਸਕਦਾ ਹੈ, ਪ੍ਰੋਟੋਕਾਲ ਮਸਟ ਬੀ ਸੇਮ। ਤੇ ਜੇ ਨੈਟਵਰਕ ਵੀ ਵੱਖਰਾ ਹੈ, ਪ੍ਰੋਟੋਕਾਲ ਵੀ ਵੱਖਰਾ ਹੈ, ਤਾਂ ਫਿਰ ਆਪਾਂ ਕਿਹੜਾ ਡਿਵਾਈਸ ਯੂਜ਼ ਕਰਾਂਗੇ? ਗੇਟਵੇ ਯੂਜ਼ ਕਰਾਂਗੇ। ਕਲੀਅਰ? ਸੋ ਇਹਦਾ ਆਪਾਂ ਐਨੀਮੇਸ਼ਨ ਦੇਖ ਲੈਂਦੇ ਆ ਸਾਰਿਆਂ ਦਾ। ਹੱਬ ਜਿਵੇਂ ਬ੍ਰੌਡਕਾਸਟ ਕਰਦਾ, ਪਹਿਲੇ ਤੋਂ ਆਇਆ ਸਾਰਿਆਂ ਨੂੰ ਇਹਨੇ ਕੀ ਕਰਤਾ? ਬ੍ਰੌਡਕਾਸਟ ਕਰਤਾ। ਸੋ ਇਹ ਹੈਗਾ ਹੱਬ ਦਾ ਕੰਮ, ਠੀਕ ਹੈ। ਵੇਜ਼ ਟੂ ਕਨੈਕਟ ਕੰਪਿਊਟਰ ਟੂ ਈਚ ਅਦਰ, ਲੈਸ ਨੰਬਰ ਆਫ ਪੋਰਟ। ਇਹਦੇ ਪੋਰਟ ਘੱਟ ਨੇ ਸਵਿਚ ਦੇ ਨਾਲ। ਇਹ ਹੈਗਾ ਆਪਣਾ ਬ੍ਰਿਜ। ਪਹਿਲੇ ਦੂਸਰੇ ਸੈਗਮੈਂਟ ਦੇ ਵਿੱਚ ਸਾਰਿਆਂ ਨੂੰ ਭੇਜ ਰਿਹਾ ਹੈ, ਇੱਥੋਂ ਚੈੱਕ ਕਰਦਾ ਵੀ ਦੂਜੇ ਸੈਗਮੈਂਟ ਦੇ ਵਿੱਚ ਜਾ ਰਿਹਾ ਤਾਂ ਸਾਰਿਆਂ ਨੂੰ ਬ੍ਰੌਡਕਾਸਟ ਕਰ ਰਿਹਾ, ਠੀਕ ਹੈ। ਜੇ ਪਹਿਲੇ ਸੈਗਮੈਂਟ ਦੇ ਵਿੱਚ ਜਾਣਾ ਹੈ ਤਾਂ ਵੀ ਇਹ ਦੂਜੇ ਸੈਗਮੈਂਟ ਨੂੰ ਛੱਡ ਦੂਗਾ, ਪਹਿਲੇ ਸਾਰਿਆਂ ਨੂੰ ਕੀ ਕਰੂਗਾ? ਬ੍ਰੌਡਕਾਸਟ ਕਰੂਗਾ। ਜੇ ਇੱਥੇ ਵਿੱਚ ਕੀ ਲੱਗਿਆ ਹੋਇਆ? ਹੱਬ ਲੱਗਿਆ ਹੋਇਆ। ਤਾਂ ਬ੍ਰਿਜ ਨੂੰ ਆਪਾਂ ਐਕਸਟੈਂਸ਼ਨ ਦੇ ਲਈ ਵੀ ਵਰਤ ਸਕਦੇ ਹਾਂ। ਜੇਕਰ ਆਪਣੇ ਕੋਲੇ ਦੋ ਬਿਲਡਿੰਗਸ ਦੇ ਵਿੱਚ ਇੱਕ ਲਾਈਨ ਚੱਲ ਰਿਹਾ, ਇੱਕ ਆਪਾਂ ਜਿਵੇਂ ਆਪਣੇ ਕੋਲੇ ਘਰਾਂ ਦੇ ਵਿੱਚ ਨਹੀਂ ਥੱਲੇ ਨੈਟਵਰਕ ਚੱਲ ਰਿਹਾ, ਉੱਪਰ ਆਪਾਂ ਲੈ ਕੇ ਜਾਣਾ ਆਪਣੇ ਫਰਸਟ ਫਲੋਰ ਤੇ ਜਾਂ ਸੈਕੰਡ ਫਲੋਰ ਤੇ ਨੈਟਵਰਕ ਲੈ ਕੇ ਜਾਣਾ, ਤਾਂ ਉੱਥੇ ਆਪਾਂ ਬ੍ਰਿਜ ਲਿਜਾ ਸਕਦੇ ਹਾਂ। ਤਾਂ ਇਹ ਬ੍ਰੌਡਕਾਸਟ ਤਾਂ ਹੱਬ ਕਰਕੇ ਕਰ ਰਿਹਾ। ਜੇ ਆਪਾਂ ਬ੍ਰੌਡਕਾਸਟ ਨਹੀਂ ਕਰਾਉਣਾ ਤਾਂ ਇੱਥੇ ਵਿਚਕਾਰ ਸਵਿਚ ਲਾ ਦਿਓ। ਸਵਿਚ ਦੇ ਵਿੱਚ ਵੀ ਆਪਾਂ ਨੂੰ ਬ੍ਰਿਜ ਲੱਗ ਸਕਦਾ। ਐਕਸਟੈਂਸ਼ਨ ਵਾਸਤੇ ਆਪਾਂ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ। ਯੂਜ਼ ਟੂ ਕਨੈਕਟ ਨੈਟਵਰਕ ਆਫ ਸਿਮਿਲਰ ਪ੍ਰੋਟੋਕਾਲ। ਤਾਂ ਇਹ ਸਵਿਚ ਹੈ। ਸਵਿਚ ਆਪਾਂ ਦੇਖ ਹੀ ਰਹੇ ਹਾਂ ਵੀ 1 ਹੈ ਜਿਹੜਾ ਇਹ ਮੈਸੇਜ ਜਾ ਰਿਹਾ, 1 ਹੈ ਜਿਹੜਾ 2 ਨੂੰ ਭੇਜ ਰਿਹਾ, 6 ਹੈ ਜਿਹੜਾ 4 ਨੂੰ ਮੈਸੇਜ ਜਾ ਰਿਹਾ। ਕੱਲੇ ਨੂੰ ਹੀ ਇਹ ਟਰਾਂਸਮਿਟ ਕਰ ਰਿਹਾ ਸਵਿਚ, ਠੀਕ ਹੈ। ਇਹਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਕਿ ਮਸਟ ਹੈਵ ਸੇਮ ਨੈਟਵਰਕ ਤੇ ਸੇਮ ਪ੍ਰੋਟੋਕਾਲ ਸੀ ਇਹਦੇ ਵਿੱਚ, ਸਵਿਚ ਦੇ ਵਿੱਚ, ਠੀਕ ਹੈ। ਪੋਰਟ ਇਹਦੇ ਜ਼ਿਆਦਾ ਸੀ। ਇਹ ਮਲਟੀ ਪੋਰਟ ਬ੍ਰਿਜ ਹੀ ਆਪਾਂ ਇਹਨੂੰ ਕਹਿ ਸਕਦੇ ਹਾਂ, ਠੀਕ ਆ। ਤਾਂ ਇਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਕਿ ਸੇਮ ਨੈਟਵਰਕ ਤੇ ਸੇਮ ਪ੍ਰੋਟੋਕਾਲ। ਅਗਲਾ ਸੀਗਾ ਆਪਣੇ ਕੋਲੇ ਰਾਊਟਰ ਦੇ ਵਿੱਚ ਯੂਜ਼ ਟੂ ਕਨੈਕਟ ਡਿਫਰੈਂਟ ਨੈਟਵਰਕ ਵਿਦ ਸੇਮ ਪ੍ਰੋਟੋਕਾਲ। ਆ ਵੱਖੋ ਵੱਖਰੇ ਨੈਟਵਰਕ ਨੇ, ਆ ਇੱਕ ਹੋਰ ਨੈਟਵਰਕ ਹੈ, ਆ ਹੋਰ ਹੈ, ਆ ਹੋਰ ਹੈ, ਬਟ ਸਾਰਿਆਂ ਦੀ ਪ੍ਰੋਟੋਕਾਲ ਸੇਮ ਆ। ਤੇ ਇਸ ਤਰੀਕੇ ਦੇ ਨਾਲ ਰਾਊਟਰ ਦਾ ਕਮਿਊਨੀਕੇਸ਼ਨ ਹੁੰਦਾ ਹੈ ਨਾ। ਤਾਂ ਗੇਟਵੇ ਕੀ ਹੁੰਦਾ? ਨੈਟਵਰਕ ਵੀ ਵੱਖਰਾ ਹੈ। ਆ ਦੇਖੋ ਨੈਟਵਰਕ ਵੀ ਵੱਖਰਾ, ਇੱਥੇ 10 ਵਾਲਾ, ਇੱਥੇ 20 ਵਾਲਾ, ਤੇ ਇਹ ਪ੍ਰੋਟੋਕਾਲ ਵੀ ਵੱਖੋ ਵੱਖਰਾ ਫੋਲੋ ਕਰ ਰਹੇ ਨੇ, ਠੀਕ ਹੈ। ਸੋ ਇਹ ਸਾਰਿਆਂ ਦਾ ਇੱਕ ਆਪਾਂ ਨਿਚੋੜ ਮੈਂ ਤੁਹਾਨੂੰ ਕੱਢ ਕੇ ਦੇ ਦਿੰਦਾ, ਜਿਹਦੇ ਚ ਸਵਾਲ ਪੁੱਛੇ ਜਾ ਸਕਦੇ ਨੇ। ਵੇ ਟੂ ਕਨੈਕਟ ਡਿਫਰੈਂਟ ਕੰਪਿਊਟਰਸ ਟੂ ਈਚ ਅਦਰ, ਲੈਸ ਨੰਬਰ ਆਫ ਪੋਰਟ। ਬ੍ਰਿਜ ਦੇ ਵਿੱਚ ਕੀ ਹੁੰਦਾ ਹੈ? ਟੂ ਕਨੈਕਟ ਨੈਟਵਰਕ ਆਫ ਸਿਮਿਲਰ ਪ੍ਰੋਟੋਕਾਲ, ਐਕਸਟੈਂਡ ਦੀ ਲਾਈਨ, ਐਕਸਟੈਂਡ ਕਰਦਾ ਇਹ। ਜੇਕਰ ਆਪਾਂ ਇੱਕ ਲਾਈਨ ਦੀ ਐਕਸਟੈਂਸ਼ਨ ਕਰਨੀ ਹੈ ਤਾਂ ਉੱਥੇ ਯੂਜ਼ ਕੀਤਾ ਜਾਂਦਾ। ਸਵਿਚ ਦੇ ਵਿੱਚ ਸੇਮ ਨੈਟਵਰਕ ਤੇ ਸੇਮ ਪ੍ਰੋਟੋਕਾਲ, ਰਾਊਟਰ ਦੇ ਵਿੱਚ ਡਿਫਰੈਂਟ ਨੈਟਵਰਕ ਤੇ ਸੇਮ ਪ੍ਰੋਟੋਕਾਲ, ਗੇਟਵੇ ਦੇ ਵਿੱਚ ਡਿਫਰੈਂਟ ਨੈਟਵਰਕ ਤੇ ਡਿਫਰੈਂਟ ਪ੍ਰੋਟੋਕਾਲ। ਹੁਣ ਜਿਹੜਾ ਆਹ ਆਪਾਂ ਨੂੰ ਸਵਾਲ ਪੁੱਛਿਆ ਗਿਆ, ਇਹਦੇ ਵਿੱਚ ਤੁਹਾਨੂੰ ਇਹ ਲੱਗੂਗਾ ਵੀ ਇਹਨੇ ਚੰਗੀ ਤਰ੍ਹਾਂ ਨਾਲ ਪੁੱਛਿਆ ਨਹੀਂ। ਟੂ ਕਨੈਕਟ ਨੈਟਵਰਕ ਆਫ ਸਿਮਿਲਰ ਪ੍ਰੋਟੋਕਾਲ, ਇਹਨੇ ਇੱਥੇ ਇਹ ਨਹੀਂ ਦੱਸਿਆ ਵੀ ਨੈਟਵਰਕ ਸੇਮ ਹੈ ਕਿ ਵੱਖਰਾ ਹੈ। ਤਾਂ ਜਦੋਂ ਨਹੀਂ ਦੱਸਿਆ, ਮੈਂ ਪਿਛਲੀ ਵੀਡੀਓ ਦੇ ਵਿੱਚ ਜ਼ਿਆਦਾ ਕਲੀਅਰ ਨਹੀਂ ਕਰ ਪਾਇਆ ਪਟਵਾਰੀ ਦੇ ਵਿੱਚ। ਟੂ ਕਨੈਕਟ ਨੈਟਵਰਕ ਆਫ, ਜੇ ਕਹਿੰਦਾ ਡਿਫਰੈਂਟ ਨੈਟਵਰਕ ਆਫ ਸਿਮਿਲਰ ਪ੍ਰੋਟੋਕਾਲ, ਫਿਰ ਤਾਂ ਆਨਸਰ ਹੋ ਜਾਣਾ ਸੀ ਰਾਊਟਰ। ਡਿਫਰੈਂਟ ਨੈਟਵਰਕ ਤਾਂ ਹੈ ਨਹੀਂ। ਜੇ ਨਹੀਂ ਦਿੱਤਾ ਹੋਇਆ ਤਾਂ ਅੰਡਰਸਟੂਡ ਹੈ ਕਿ ਇਹ ਸਿਮਿਲਰ ਨੈਟਵਰਕ ਆ, ਤਾਂ ਫਿਰ ਆਪਾਂ ਇੱਥੇ ਕਿਹੜਾ ਯੂਜ਼ ਕਰਾਂਗੇ? ਸਿਮਿਲਰ ਪ੍ਰੋਟੋਕਾਲ ਵਾਲਾ। ਤਾਂ ਇਹਦਾ ਆਨਸਰ ਫਿਰ ਬ੍ਰਿਜ ਹੋ ਜਾਊਗਾ, ਬੀ ਆਨਸਰ ਹੈ। ਆਈ ਥਿੰਕ ਕਿ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਣਾ। ਤੁਸੀਂ ਪਿੱਛੇ ਕਰਕੇ ਵੀਡੀਓ ਨੂੰ ਦੇਖ ਸਕਦੇ ਹੋ। ਤੇ ਇੱਕ ਜੇਕਰ ਤੁਸੀਂ ਚੈਨਲ ਤੇ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ, ਬੈਲ ਆਈਕਨ ਵੀ ਪ੍ਰੈਸ ਕਰ ਲਿਆ ਕਰੋ, ਕਿਉਂਕਿ ਆਪਾਂ ਲਗਾਤਾਰ ਹੁਣ ਵੀਡੀਓ ਆਪਾਂ ਅਪਲੋਡ ਕਰਦੇ ਜਾਵਾਂਗੇ, ਠੀਕ ਹੈ। ਜਿਹੜਾ ਆਪਾਂ ਪੰਜਾਬ ਪੁਲਿਸ ਦੇ ਪੇਪਰ ਦੀ ਗੱਲ ਕਰਾਂਗੇ ਤਾਂ ਇਹਦੇ ਵਿੱਚ ਤੁਹਾਨੂੰ ਮੈਂ ਸਾਰਾ ਕਰਾਉਂਗਾ, ਕੱਲੀ ਚੀਜ਼ ਆਪਾਂ ਡਿਸਕਸ ਕਰਾਂਗੇ। ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ। ਕੋਈ ਵੀ ਚਲੋ ਕੋਰਸ ਜਿਨ੍ਹਾਂ ਨੇ ਪੇਡ ਲੈ ਰੱਖਿਆ ਤਾਂ
ਚਲੋ ਉਹਦਾ ਕੋਈ ਗੱਲ ਨਹੀਂ, ਪਰ ਹੁਣ ਤੁਹਾਨੂੰ ਕੋਈ ਵੀ ਕੋਰਸ ਲੈਣ ਦੀ ਲੋੜ ਨਹੀਂ, ਠੀਕ ਹੈ। ਤੇ ਆਪਣਾ ਟਾਰਗੇਟ ਹੈ 5000 ਸਬਸਕ੍ਰਾਈਬਰ ਦਾ। ਤੁਸੀਂ ਉਹਦੇ ਲਈ ਸਟੇਟਸ ਵਗੈਰਾ ਲਾ ਦਿਆ ਕਰੋ WhatsApp ਤੇ। ਥੋੜੀ ਜਿਹੀ ਰੀਚ ਵੱਧਦੀ ਹੈ ਤਾਂ ਹੀ ਆਪਾਂ ਨੂੰ ਮੋਟੀਵੇਸ਼ਨ ਹੁੰਦਾ, ਜੇਕਰ ਵਿਊ ਇਹ ਵਧਣਗੇ ਆਪਾਂ ਨੂੰ ਫਿਰ ਅੱਛਾ ਲੱਗਦਾ, ਨਹੀਂ ਤਾਂ ਅਦਰਵਾਈਜ਼ ਆਪਾਂ ਇੰਨੀ ਮਿਹਨਤ ਕਰਦੇ ਆ, ਵਿਊ ਨਹੀਂ ਆਉਂਦੇ, ਫਿਰ ਥੋੜਾ ਜਿਹਾ ਡੀਮੋਟੀਵੇਟ ਹੋ ਜਾਈਦਾ। ਅਦਰਵਾਈਜ਼ ਚਲੋ ਕੋਈ ਗੱਲ ਨਹੀਂ, ਆਪਾਂ ਨੂੰ ਪਤਾ ਵੀ ਜੇ ਆਪਾਂ ਕੰਟੀਨਿਊਟੀ ਦੇ ਵਿੱਚ ਕੰਮ ਕਰਾਂਗੇ ਤਾਂ ਹੌਲੀ ਹੌਲੀ ਚੀਜ਼ਾਂ, YouTube ਦਾ ਐਲਗੋਰਿਥਮ ਹੀ ਐਵੇਂ ਵਰਕ ਕਰਦਾ, ਹੌਲੀ ਹੌਲੀ ਹੋ ਜਾਣਗੀਆਂ। ਪਰ ਥੋੜਾ ਜਿਹਾ ਸਪੋਰਟ ਦੀ ਲੋੜ ਆਪਾਂ ਨੂੰ, ਤੁਸੀਂ ਕਰ ਸਕਦੇ ਹੋ, ਤੁਸੀਂ ਕੰਟਰੀਬਿਊਟ ਕਰ ਸਕਦੇ ਹੋ, ਠੀਕ ਹੈ। ਅਗਲਾ ਸਵਾਲ, which group of lines connect CPU to the memory and input output device? ਕਹਿੰਦਾ ਵਿੱਚ ਗਰੁੱਪ ਆਫ ਲਾਈਨਸ, ਕਿਹੜੀਆਂ ਗਰੁੱਪ ਆਫ ਲਾਈਨਸ ਹੁੰਦੀਆਂ ਨੇ ਜਿਹੜੀਆਂ CPU ਨੂੰ ਮੈਮਰੀ ਐਂਡ ਇਨਪੁਟ ਆਊਟਪੁੱਟ ਡਿਵਾਈਸ ਦੇ ਨਾਲ ਕਨੈਕਟ ਕਰਦੀਆਂ ਨੇ? ਕੀ ਉਹ ਵਾਇਰ ਹੈ, ਹਾਈਵੇ ਹੈ, ਕੇਬਲ ਹੈ, ਬੱਸ ਹੈ? ਦੇਖੋ ਆ ਸਾਰੀਆਂ ਹੀ ਚੀਜ਼ਾਂ ਇੱਕੋ ਜਿਹੀਆਂ ਲੱਗਦੀਆਂ ਨੇ। ਹਾਈਵੇ ਤਾਂ ਆਪਾਂ ਨੂੰ ਲੱਗਦਾ ਸੜਕ ਹੈ, ਕੇਬਲ ਹੋ ਸਕਦਾ ਹੈ, ਵਾਇਰ ਹੋ ਸਕਦਾ ਤੇ ਬੱਸ ਹੋ ਸਕਦਾ। ਕੰਪਿਊਟਰ ਦੇ ਵਿੱਚ ਕੇਬਲ ਨਹੀਂ ਵਰਤਿਆ ਜਾਂਦਾ, ਤਾਰਾਂ ਨਹੀਂ ਵਰਤਦੇ, ਕੰਪਿਊਟਰ ਦੇ ਵਿੱਚ ਬੱਸਸ ਬੋਲਦੇ ਨੇ। ਜਿਵੇਂ ਪ੍ਰੋਸੈਸਰ ਹੋ ਗਿਆ, ਇਹਨੂੰ CPU ਵੀ ਕਹਿ ਸਕਦੇ ਆ ਆਪਾਂ। ਆ ਇਨਪੁਟ ਆਊਟਪੁੱਟ ਡਿਵਾਈਸ ਹੋ ਗਏ ਤੇ ਮੈਮਰੀ ਹੋ ਗਈ, ਇਹਨਾਂ ਨੂੰ ਆਪਸ ਦੇ ਵਿੱਚ ਕਨੈਕਟ ਕੌਣ ਕਰਦਾ? ਐਡਰੈਸ ਬੱਸ, ਕੰਟਰੋਲ ਬੱਸ ਤੇ ਡੇਟਾ ਬੱਸ। ਤਾਂ ਆਨਸਰ ਤਾਂ ਹੋ ਗਿਆ ਇਹਦਾ ਬੱਸ। ਤੇ ਬਟ ਇਹਦੇ ਵਿੱਚੋਂ ਨਾਲ ਲੱਗਦਾ ਇੱਕ ਸਵਾਲ ਹੋਰ ਪੁੱਛਿਆ ਜਾ ਸਕਦਾ ਆਪਾਂ ਨੂੰ, ਕਿਹੜਾ? ਜਿਵੇਂ ਐਡਰੈਸ ਬੱਸ CPU ਤੋਂ ਐਡਰੈਸ ਜਨਰੇਟ ਹੁੰਦਾ, ਕੀਬੋਰਡ ਦੇ ਵਿੱਚ ਅੱਗੇ ਜਾ ਰਿਹਾ, ਇੱਧਰ ਜਾ ਰਿਹਾ, ਇਹ ਐਰੋ ਇੱਕ ਸਾਈਡ ਹੀ ਜਾ ਰਿਹਾ। ਉਵੇਂ ਹੀ ਪ੍ਰੋਸੈਸਰ ਦੇ ਵਿੱਚ ਐਰੋ ਦੋਨੋਂ ਸਾਈਡ ਆ। ਪ੍ਰੋਸੈਸਰ ਜਿਹੜਾ ਕੰਟਰੋਲ ਆ ਉਹ ਇਧਰੋਂ ਇੱਧਰ ਵੀ ਜਾ ਸਕਦਾ, ਇਧਰੋਂ ਇੱਧਰ ਵੀ ਜਾ ਸਕਦਾ, ਇਧਰੋਂ ਇੱਧਰ ਵੀ ਜਾ ਸਕਦਾ, ਦੋਨੋਂ ਸਾਈਡ ਤੇ ਹੈ। ਤਾਂ ਆਪਾਂ ਕਹਿ ਸਕਦੇ ਹਾਂ ਐਡਰੈਸ ਬੱਸ ਇੱਕ ਯੂਨੀ ਡਾਇਰੈਕਸ਼ਨਲ ਹੈ, ਇੱਕ ਪਾਸੇ ਕੰਮ ਕਰਦੀ ਹੈ। ਕੰਟਰੋਲ ਬੱਸ ਤੇ ਡਾਟਾ ਬੱਸ ਨੇ ਜਿਹੜੀਆਂ ਬਾਈ ਡਾਇਰੈਕਸ਼ਨਲ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਯਾਦ ਰੱਖਿਓ। ਐਡਰੈਸ ਬੱਸ ਹੈ ਜਿਹੜੀ ਯੂਨੀ ਡਾਇਰੈਕਸ਼ਨਲ ਹੈ, ਕੰਟਰੋਲ ਤੇ ਡਾਟਾ ਬੱਸ ਨੇ ਜਿਹੜੀਆਂ ਬਾਈ ਡਾਇਰੈਕਸ਼ਨਲ ਨੇ। ਇਹ ਪੁੱਛਿਆ ਗਿਆ ਸਵਾਲ ਇੱਕ ਦੋ ਵਾਰੀ ਪੇਪਰਾਂ ਦੇ ਵਿੱਚ, ਹਨਾ। ਸੋ ਇਹਨੂੰ ਆਪਾਂ ਯਾਦ ਰੱਖਣ ਦਾ ਤਰੀਕਾ ਮੈਂ ਹੋਰ ਤੁਹਾਨੂੰ ਦੱਸ ਦੇਣਾ। A, C ਤੇ D। A ਦੇ ਇੱਧਰਲੀ ਸਾਈਡ ਤੇ ਕੋਈ ਲੈਟਰ ਨਹੀਂ ਆਉਂਦਾ, A ਦੇ ਇੱਕ ਸਾਈਡ ਹੀ ਲੈਟਰ ਹੈ, ਤਾਂ ਇਹਨੂੰ ਆਪਾਂ ਕਹਿ ਦਾਂਗੇ ਯੂਨੀ ਡਾਇਰੈਕਸ਼ਨਲ। C ਦੇ ਇੱਧਰ ਵੀ ਲੈਟਰ ਹੁੰਦਾ, ਇੱਧਰ ਵੀ ਹੁੰਦਾ, ਬਾਈ ਡਾਇਰੈਕਸ਼ਨਲ। D ਦੇ ਵੀ ਦੋਨੋਂ ਸਾਈਡ ਤੇ ਲੈਟਰ ਐਗਜ਼ਿਸਟ ਕਰਦੇ ਨੇ, ਤਾਂ ਇਹ ਕੰਟਰੋਲ ਤੇ ਡਾਟਾ ਬੱਸ ਨੇ ਜਿਹੜੀਆਂ ਬਾਈ ਡਾਇਰੈਕਸ਼ਨਲ ਨੇ। ਐਡਰੈਸ ਬੱਸ ਹੈ ਜਿਹੜੀ ਯੂਨੀ ਡਾਇਰੈਕਸ਼ਨਲ ਹੈ। ਸੋ ਇਹਦਾ ਆਨਸਰ ਹੋ ਗਿਆ A, ਬੱਸ। ਅਗਲਾ ਸਵਾਲ ਬਹੁਤ ਇੰਪੋਰਟੈਂਟ ਸਵਾਲ ਹੈ ਇਹ। ਕਹਿੰਦਾ ਕੰਸੀਡਰ ਏ ਲੈਨ ਵਿੱਚ ਫੋਲੋਜ਼ ਮੈਸ਼ ਟੋਪੋਲੋਜੀ। ਪਹਿਲਾਂ ਤਾਂ ਆਪਾਂ ਟੋਪੋਲੋਜੀਸ ਬਾਰੇ ਪੜ੍ਹਦੇ ਹਾਂ। ਮੈਸ਼ ਟੋਪੋਲੋਜੀ ਨੂੰ ਫੋਲੋ ਕਰਦਾ ਇਫ देयर आर 10 ਨੋਡਸ, 10 ਨੋਡਸ ਕਹਿ ਲਓ ਜਾਂ ਕੰਪਿਊਟਰ ਕਹਿ ਲਓ, ਨੋਡ ਕੀ ਹੁੰਦਾ? ਕੰਪਿਊਟਰ ਹੀ ਹੁੰਦੇ ਨੇ। ਦੈਨ ਵਟ ਵਿਲ ਬੀ ਦਾ ਮੈਕਸਿਮਮ ਨੰਬਰ ਆਫ ਲਿੰਕਸ ਇਨ ਦੀ ਨੈਟਵਰਕ, ਜਾਂ ਕਨੈਕਸ਼ਨ ਕਿੰਨੇ ਹੋਣਗੇ? ਤਾਂ ਸਭ ਤੋਂ ਪਹਿਲਾਂ ਆਪਾਂ ਟੋਪੋਲੋਜੀਸ ਬਾਰੇ ਦੇਖਦੇ ਹਾਂ। ਕੰਪਿਊਟਰ ਦੇ ਵਿੱਚ ਟੋਪੋਲੋਜੀ ਕਿਹਨੂੰ ਕਿਹਾ ਜਾਂਦਾ? ਅਰੇਂਜਮੈਂਟ ਆਫ ਕੰਪਿਊਟਰਸ ਇਜ਼ ਨੋਨ ਐਜ਼ ਨੈਟਵਰਕ ਟੋਪੋਲੋਜੀ। ਜਿਵੇਂ ਆਪਾਂ ਪੱਖੇ ਲਾਉਣੇ, ਆਪਾਂ ਮੋਸਟਲੀ ਐਗਜ਼ਾਮਪਲ ਲੈਣੇ ਹੁੰਦੇ ਆ ਪੱਖਿਆਂ ਨੂੰ ਆਪਸ ਦੇ ਵਿੱਚ ਇੱਕ ਲੰਬੀ ਤਾਰ ਆਪਾਂ ਲਗਾ ਕੇ, ਮੰਨ ਲਓ ਇਹ ਵਾਲੀ ਆਪਾਂ ਤਾਰ, ਇੱਕ ਵਾਰੀ ਤਾਰ ਲਾਈਆਂ ਇਹ, ਤੇ ਇਹ ਤਾਰ ਦੇ ਨਾਲ ਪੱਗ ਪਿੰਨ ਲਾ ਕੇ ਆਪਾਂ ਪੱਖੇ ਲਾ ਸਕਦੇ ਹਾਂ ਇਸ ਤਰ੍ਹਾਂ ਕਰਕੇ। ਜਾਂ ਆਪਾਂ ਇੱਕ ਸੈਂਟਰ ਦੇ ਵਿੱਚ ਐਕਸਟੈਂਸ਼ਨ ਬੋਰਡ ਲਾ ਲਈਏ, ਉਹਦੇ ਤੇ ਵੀ ਆਪਾਂ ਪੱਖੇ ਲਾ ਸਕਦੇ ਹਾਂ ਨਾ। ਕੋਈ ਵੀ ਤਰੀਕਾ ਹੋ ਸਕਦਾ। ਪੱਖੇ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਕਨੈਕਟ ਕਰ ਸਕਦੇ ਹਾਂ। ਉਵੇਂ ਹੀ ਕੰਪਿਊਟਰਾਂ ਨੂੰ ਆਪਸ ਦੇ ਵਿੱਚ ਜੋੜਨ ਦੇ ਲਈ ਜਿਹੜੇ ਤਰੀਕੇ ਵਰਤੇ ਜਾਂਦੇ ਨੇ ਉਹਨੂੰ ਟੋਪੋਲੋਜੀ ਬੋਲਦੇ ਆ, ਅਰੇਂਜਮੈਂਟ ਨੂੰ, ਹਨਾ। ਇਹ ਟੋਪੋਲੋਜੀ ਹੋ ਸਕਦੀ ਹੈ ਬੱਸ ਟੋਪੋਲੋਜੀ, ਰਿੰਗ ਟੋਪੋਲੋਜੀ, ਟਰੀ ਟੋਪੋਲੋਜੀ, ਸਟਾਰ ਟੋਪੋਲੋਜੀ, ਮੈਸ਼ ਟੋਪੋਲੋਜੀ ਤੇ ਹਾਈਬ੍ਰਿਡ ਟੋਪੋਲੋਜੀ। ਇਹਨਾਂ ਨੂੰ ਆਪਾਂ 1 ਬਾਈ 1 ਕਰਕੇ ਦੇਖਦੇ ਹਾਂ। ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ, ਕਈ ਵਾਰੀ ਪੁੱਛ ਸਕਦਾ ਕਿ ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਏ ਕੰਪਿਊਟਰ ਟੋਪੋਲੋਜੀ, ਹਨਾ। ਤਾਂ ਹੁਣ ਆਪਾਂ ਮੈਸ਼ ਟੋਪੋਲੋਜੀ ਦੀ ਗੱਲ ਕਰਦੇ ਹਾਂ। ਮੈਸ਼ ਟੋਪੋਲੋਜੀ ਹੈ ਜਿਹੜੀ ਉਹ ਦੋ ਤਰ੍ਹਾਂ ਦੀ ਹੁੰਦੀ ਹੈ, ਫੁੱਲ ਮੈਸ਼ ਟੋਪੋਲੋਜੀ ਤੇ ਪਾਰਸ਼ੀਅਲ ਮੈਸ਼ ਟੋਪੋਲੋਜੀ। ਤਾਂ ਫੁੱਲੀ ਮੈਸ਼ ਦੇ ਵਿੱਚ ਇਹ ਹੁੰਦਾ ਕਿ ਜਿਵੇਂ ਆਹ ਕੰਪਿਊਟਰ ਲੱਗਿਆ ਹੋਇਆ ਹੈ, ਪਹਿਲਾ ਕੰਪਿਊਟਰ, ਦੂਜਾ ਕੰਪਿਊਟਰ, ਤੀਜਾ ਕੰਪਿਊਟਰ ਤੇ ਚੌਥਾ ਕੰਪਿਊਟਰ। ਪਹਿਲੇ ਨੂੰ ਇਹਦਾ ਇਹਦੇ ਨਾਲ ਲਿੰਕ, ਇਹਦਾ ਇਹਦੇ ਨਾਲ ਲਿੰਕ, ਇਹਦਾ ਇਹਦੇ ਨਾਲ ਲਿੰਕ, ਇਹਦਾ ਇਹਦੇ ਨਾਲ, ਆਪਸ ਦੇ ਵਿੱਚ ਵੀ ਲਿੰਕ ਹੋ ਗਿਆ। ਇਹ ਹੋ ਗਿਆ ਫੁੱਲੀ ਮੈਸ਼ ਟੋਪੋਲੋਜੀ। ਪਾਰਸ਼ਲ ਦੇ ਵਿੱਚ ਇਹ ਇੱਧਰ ਲੱਗਿਆ ਹੋਇਆ, ਇੱਧਰ, ਇਹ ਇੱਧਰ, ਇਹ ਇੱਧਰ, ਇੱਕ ਅੱਧਾ ਲਿੰਕ ਘੱਟ ਹੋ ਸਕਦਾ, ਜਿਵੇਂ ਆਹ ਲਿੰਕ ਘੱਟ ਹੈ, ਇਹ ਪਾਰਸ਼ਲੀ ਹੈਗੀ ਤਾਂ ਮੈਸ਼ ਹੈ ਪਰ ਕੰਪਲੀਟਲੀ ਮੈਸ਼ ਨਹੀਂ ਹੈ, ਹਨਾ। ਤਾਂ ਇਹਦੇ ਵਿੱਚ ਜੇ ਆਪਾਂ ਨਵਾਂ ਡਿਵਾਈਸ ਇਨਸਰਟ ਕਰਨਾ ਤਾਂ ਇਹਨੂੰ ਇੱਥੇ ਵੀ ਜੋੜਨਾ ਪਊ, ਇੱਧਰ ਵੀ ਜੁੜੂਗਾ, ਇਹ ਇੱਧਰ ਵੀ ਜੁੜੂਗਾ, ਇੱਧਰ ਵੀ ਜੁੜੂਗਾ, ਹਨਾ। ਤਾਂ ਇਸ ਤਰੀਕੇ ਦੇ ਨਾਲ ਕੁਛ ਇਹਦੇ ਪੁਆਇੰਟ ਲਿਖਣ ਵਾਲੇ ਨੇ, ਮੈਂ ਤੁਹਾਨੂੰ ਦੱਸ ਦਿੰਦਾ। ਇੱਕ ਤਾਂ ਇਹਦੇ ਵਿੱਚ ਹੈ ਵੀ ਇਹ ਕੋਸਟਲੀ ਬਹੁਤ ਜ਼ਿਆਦਾ, ਕਿਉਂਕਿ ਜਿਹੜਾ ਸਵਾਲ ਪੁੱਛਿਆ ਗਿਆ ਉਹਦੇ ਤੋਂ ਇਲਾਵਾ ਵੀ ਆਪਾਂ ਨੂੰ ਸਵਾਲ ਪੁੱਛੇ ਜਾ ਸਕਦੇ ਨੇ, ਹਨਾ।
ਸੋ ਮੈਸ਼ ਟੋਪੋਲੋਜੀ ਦੇ ਵਿੱਚ ਆਪਾਂ ਜਿਹੜੇ ਪੁਆਇੰਟ ਬਣਦੇ ਨੇ ਉਹ ਤੁਹਾਨੂੰ ਮੈਂ ਦੱਸ ਦਿੰਦਾ। ਇੱਕ ਇਹਦੇ ਵਿੱਚ ਹੈਗਾ ਸਾਰਿਆਂ ਤੋਂ ਪਹਿਲਾਂ ਹੈਗਾ ਕੋਸਟਲੀ। ਕੋਸਟਲੀ ਕਿਉਂ ਹੈ? ਕਿਉਂਕਿ ਜੇ ਨਵਾਂ ਡਿਵਾਈਸ ਲਾਵਾਂਗੇ ਤਾਂ ਜਿੰਨੇ ਨੰਬਰ ਆਫ ਡਿਵਾਈਸਿਸ ਨੇ ਉਨੀਆਂ ਹੀ ਆਪਾਂ ਨੂੰ ਤਾਰਾਂ ਲੱਗਣਗੀਆਂ, ਬਹੁਤ ਸਾਰਾ ਪੈਸਾ ਸਾਡਾ ਲੱਗ ਜਾਊਗਾ। ਦੂਜਾ ਇਹਦੀ ਕੰਪਲੈਕਸਿਟੀ ਜ਼ਿਆਦਾ ਹੈ। ਹੁਣ ਇੱਕ ਕਮਰੇ ਦੇ ਵਿੱਚ 50 ਕੰਪਿਊਟਰ ਲੱਗੇ ਹੋਏ ਆ, ਤਾਰਾਂ ਹੀ ਤਾਰਾਂ ਹੋ ਜਾਣਗੀਆਂ, ਕੰਮ ਔਖਾ ਹੋ ਜਾਊਗਾ, ਹਨਾ। ਤੇ ਕੁਝ ਇਹਦੇ ਫਾਇਦੇ ਵੀ ਹੈਗੇ ਆ। ਤਾਂ ਹਰੇਕ ਕੰਪਿਊਟਰ ਦਾ ਮੰਨ ਲਓ ਇੱਕ ਕੰਪਿਊਟਰ ਹੈ, ਇਹ 2 ਨੰਬਰ ਹੈ, ਇਹ 3 ਨੰਬਰ ਹੈ, ਇਹ 4 ਨੰਬਰ ਹੈ ਤੇ 5 ਨੰਬਰ ਹੈ। 1 ਨੰਬਰ ਤੋਂ ਲੈ ਕੇ 2 ਨੰਬਰ ਕੰਪਿਊਟਰ ਦੇ ਵਿੱਚ ਆਪਣਾ ਇੱਕ ਡੈਡੀਕੇਟਡ ਪਾਥ ਹੈ। ਆਪਾਂ ਕਹਿ ਸਕਦੇ ਹਾਂ ਈਚ ਕੰਪਿਊਟਰ ਹੈਵ ਏ ਡੈਡੀਕੇਟਡ ਲਿੰਕ। ਡੈਡੀਕੇਟਡ ਲਿੰਕ ਨਾਲ ਫਾਇਦਾ ਵੀ ਹੁੰਦਾ ਆਪਾਂ ਨੂੰ ਕਿ ਤੁਹਾਡੀ ਟ੍ਰੈਫਿਕ ਘਟੂਗੀ, ਲੈਸ ਟ੍ਰੈਫਿਕ। ਆਪਾਂ ਕਹਿ ਸਕਦੇ ਹਾਂ ਵੀ ਲੈਸ ਟ੍ਰੈਫਿਕ ਘੱਟ ਹੈ। ਜੇ ਪਹਿਲੇ ਨੇ ਦੂਜੇ ਨੂੰ ਭੇਜਣਾ ਤਾਂ ਰਸਤੇ 'ਚ ਕੋਈ ਨਹੀਂ ਆ ਰਿਹਾ। ਜਾਂ ਐ ਸਮਝ ਲਓ ਵੀ 5 ਮਕਾਨ ਬਣੇ ਹੋਏ ਨੇ, ਹਰੇਕ ਮਕਾਨ ਦੇ ਵਿੱਚ 5 ਘਰਾਂ ਦੇ ਵਿੱਚ ਦੂਰ ਬਣੇ ਹੋਏ ਨੇ ਕਿਲੋਮੀਟਰ ਦੇ ਰਸਤੇ ਤੇ। ਹਰੇਕ ਘਰ ਦੇ ਵਿੱਚ ਆਪਣੀ ਇੱਕ ਪਰਸਨਲ ਸੜਕ ਹੈ, ਇੱਕ ਡੈਡੀਕੇਟਡ ਸੜਕ ਬਣੀ ਹੋਈ ਹੈ। ਇੱਕ ਦੀ ਦੂਜੇ ਦੇ ਨਾਲ, ਇੱਕ ਦੀ ਚੌਥੇ ਦੇ ਨਾਲ ਆਪਣੀ ਸੜਕ ਆ, ਇੱਕ ਦੀ ਤੀਜੇ ਨਾਲ ਸੜਕ ਹੈ। ਜੇਕਰ ਕੋਈ ਬੰਦਾ ਨਵਾਂ ਘਰ ਪਾਉਂਦਾ ਤਾਂ ਉਹਨੂੰ ਉਨੀਆਂ ਸੜਕਾਂ ਬਣਾਉਣੀਆਂ ਪੈਣਗੀਆਂ ਜਿੰਨੇ ਉਹਦੇ ਵਿੱਚ ਪਹਿਲਾਂ ਘਰ ਬਣੇ ਹੋਏ ਹੋ। ਠੀਕ ਹੈ, ਉਹ ਆਪਾਂ ਦੇਖਾਂਗੇ ਵੀ ਕਿੰਨੀਆਂ ਬਣਾਉਣੀਆਂ ਪੈਣਗੀਆਂ ਅੱਗੇ ਜਾ ਕੇ, ਆਪਾਂ ਦੇਖਦੇ ਹਾਂ। ਕਿਉਂਕਿ ਉਹੀ ਉਹਨੇ ਸਵਾਲ ਪੁੱਛਿਆ ਵੀ ਕਿੰਨੇ ਕਨੈਕਸ਼ਨ ਹੋਣਗੇ। ਤਾਂ ਲੈਸ ਟ੍ਰੈਫਿਕ ਹੈ, ਸਿਕਿਉਰਿਟੀ ਵੀ ਜ਼ਿਆਦਾ ਹੈ, ਮੋਰ ਸਿਕਿਉਰ ਤਾਂ ਹੈਗਾ ਹੀ ਆ ਵੀ ਰਸਤੇ ਦੇ ਵਿੱਚ ਉਹ ਤੁਹਾਡਾ ਆਪਣਾ ਪਰਸਨਲ ਡੈਡੀਕੇਟਡ ਪਾਥ ਹੈ ਤਾਂ ਕੋਈ ਵੀ ਟ੍ਰੈਫਿਕ ਨਹੀਂ ਆਊਗੀ। ਤਾਂ ਸਵਾਲ ਇਹ ਵੀ ਪੁੱਛਿਆ ਜਾ ਸਕਦਾ ਹੈ ਵੀ ਉਹ ਵਾਲੀ ਨੈਟਵਰਕ ਟੋਪੋਲੋਜੀ ਜਿਹਦੇ ਵਿੱਚ ਸਾਰੇ ਕੰਪਿਊਟਰ ਆਪਸ ਦੇ ਵਿੱਚ ਜੁੜੇ ਹੁੰਦੇ ਨੇ ਇੱਕ ਦੂਜੇ ਨਾਲ, ਦਾ ਆਨਸਰ ਕੀ ਹੋ ਜਾਊਗਾ? ਮੈਸ਼ ਟੋਪੋਲੋਜੀ। ਜਾਂ ਇਹ ਵੀ ਬਣ ਸਕਦਾ ਹੈ ਉਹ ਵਾਲੀ ਨੈਟਵਰਕ ਟੋਪੋਲੋਜੀ ਜਿਹਦੇ ਵਿੱਚ ਸਾਰੇ ਕੰਪਿਊਟਰ ਇੱਕ ਡੈਡੀਕੇਟਡ ਪਾਥ ਜਾਂ ਡੈਡੀਕੇਟਡ ਲਿੰਕ ਦੇ ਨਾਲ ਜੁੜੇ ਹੋਏ ਨੇ, ਤਾਂ ਉਹ ਕਿਹੜੀ ਬਣ ਜੂਗੀ? ਮੈਸ਼ ਟੋਪੋਲੋਜੀ। The network topology in which all the devices are connected by one dedicated link. Second, the network topology in which all the devices are connected with each other. ਤਾਂ ਕਿਹੜੀ ਹੋ ਜੂਗੀ? ਮੈਸ਼ ਟੋਪੋਲੋਜੀ। ਕੁਛ ਇਹਦੇ ਐਡਵਾਂਟੇਜ ਨੇ, ਕੁਛ ਡਿਸਐਡਵਾਂਟੇਜ ਨੇ। ਇਹ ਗੱਲ ਹੋ ਗਈ ਇੰਨੀ, ਹਨਾ। ਤਾਂ ਪਾਰਸ਼ੀਅਲੀ ਮੈਸ਼ ਇਸੇ ਤਰ੍ਹਾਂ ਨਾਲ ਹੀ ਹੋ ਗਈ। ਤਾਂ ਹੁਣ ਆਪਾਂ ਜਿਵੇਂ ਇਹ ਤੁਸੀਂ ਦੇਖ ਸਕਦੇ ਹੋ ਇਹਦੀ ਡਾਇਗਰਾਮ, ਇਹ ਤੁਸੀਂ ਸਕਰੀਨਸ਼ਾਟ ਲੈ ਲਓ ਚਾਹੇ ਨੋਟ ਡਾਊਨ ਕਰ ਲਓ, ਠੀਕ ਹੈ। ਆਪਾਂ ਜਿਵੇਂ ਆਹ ਡਾਇਗਰਾਮ ਦਿੱਤੀ ਆ, ਮੈਂ ਤੁਹਾਨੂੰ ਕਰਾ ਚੁੱਕਿਆ ਉਹੀ ਚੀਜ਼ ਆ। ਤਾਂ ਹੁਣ ਆਪਾਂ ਦੇਖ ਲੈਂਦੇ ਆ ਬਾਕੀ ਦੀਆਂ ਟੋਪੋਲੋਜੀ ਦੇਖ ਲੈਂਦੇ ਆ ਪਹਿਲਾਂ। ਤਾਂ ਹੁਣ ਬੱਸ ਟੋਪੋਲੋਜੀ ਦੇ ਵਿੱਚ ਕੀ ਹੁੰਦਾ? ਇੱਕ ਸੈਂਟਰਲ, ਹਾਂ ਇੱਕ ਚੀਜ਼ ਹੋਰ ਰਹਿ ਗਈ ਸੀ ਇੱਥੇ ਦੱਸਣ ਵਾਲੀ, ਜਿਹੜੇ ਮੈਂ ਤੁਹਾਨੂੰ ਪੁਆਇੰਟ ਲਿਖਾਏ ਸੀ। ਜੇਕਰ ਇੱਥੋਂ ਲਿੰਕ ਬ੍ਰੇਕ ਹੋ ਜਾਂਦਾ, ਮੰਨ ਲਓ ਆ ਤਾਰ ਟੁੱਟ ਗਈ, ਤਾਂ ਇਹ ਇਧਰੋਂ ਜਾ ਕੇ ਇਸ ਤਰ੍ਹਾਂ ਕਮਿਊਨੀਕੇਸ਼ਨ ਕਰ ਸਕਦਾ, ਹਨਾ। ਪੈਨ ਚੇਂਜ ਕਰ ਲੈਣੇ ਥੋੜਾ ਜਿਹਾ, ਤੁਹਾਨੂੰ ਦੇਖਣ ਜੇ ਲੱਗ ਜੂਗਾ। ਜੇ ਆਹ ਕਨੈਕਸ਼ਨ ਬ੍ਰੇਕ ਹੋ ਗਿਆ ਤਾਂ ਇੱਧਰ ਦੀ ਜਾ ਕੇ ਇਹ ਰਸਤਾ ਵੀ ਹੈਗਾ, ਇੱਧਰ ਦੀ ਜਾ ਕੇ ਇਹ ਰਸਤਾ ਵੀ ਹੈਗਾ। ਜਾਣੀ ਕਿ ਇੱਕ ਰਸਤਾ ਟੁੱਟ ਗਿਆ, ਬ੍ਰੇਕ ਹੋ ਗਿਆ, ਤਾਂ ਹੋਰ ਰਸਤੇ ਐਗਜ਼ਿਸਟ ਕਰਦੇ ਨੇ। ਤਾਂ ਆਪਾਂ ਇਹ ਕਹਿ ਲਓ ਸਿਸਟਮ ਦੇ ਵਿੱਚ ਇੱਥੇ ਫਾਲਟ ਪੈ ਜਾਂਦਾ ਤਾਂ ਇਹ ਫਾਲਟ ਨੂੰ ਕੀ ਕਰ ਸਕਦਾ? ਟੋਲਰੇਟ ਕਰ ਸਕਦਾ। ਇਹ ਨਹੀਂ ਹੈਗਾ ਵੀ ਆਹ ਵਾਲਾ ਸਿਸਟਮ 1 ਨੰਬਰ ਹੈ ਜਿਹੜਾ 2 ਨੰਬਰ ਦੇ ਨਾਲ ਕਮਿਊਨੀਕੇਟ ਹੀ ਨਹੀਂ ਕਰ ਪਾਊਗਾ, ਤਾਂ ਹੋਰ ਬਥੇਰੇ ਰਸਤੇ ਐਗਜ਼ਿਸਟ ਕਰਦੇ ਨੇ। ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੀ ਮੈਸ਼ ਟੋਪੋਲੋਜੀ ਹੈ ਇਹਦੇ ਵਿੱਚ ਫਾਲਟ ਟੋਲਰੈਂਸ ਹੁੰਦਾ ਹੈ, ਮੋਰ fault tolerant, TOLERANCE, tolerance ਜਾਂ more fault tolerance capability, fault ਨੂੰ ਇਹ ਟੋਲਰੇਟ ਕਰ ਸਕਦੇ ਨੇ। ਇਹ ਇਹਦਾ ਐਡਵਾਂਟੇਜ ਆ, ਤੁਸੀਂ ਲਿਖ ਲਿਓ। ਅਗਲਾ ਜਿਵੇਂ ਬੱਸ ਟੋਪੋਲੋਜੀ ਹੈ, ਬੱਸ ਟੋਪੋਲੋਜੀ ਦੇ ਵਿੱਚ ਇੱਕ ਸੈਂਟਰਲ ਕੇਬਲ ਲੱਗੀ ਹੁੰਦੀ ਆ। ਆਪਾਂ ਪਿੱਛੇ ਜੇ ਪੜ੍ਹ ਕੇ ਆਏ ਆ ਵੀ ਕੰਪਿਊਟਰ ਦੇ ਵਿੱਚ ਤਾਰਾਂ ਨਹੀਂ ਬੋਲਿਆ ਜਾਂਦਾ, ਕੇਬਲ ਜਾਂ ਵਾਇਰ ਨੂੰ ਕੀ ਕਿਹਾ ਜਾਂਦਾ? ਬੱਸ ਕਿਹਾ ਜਾਂਦਾ, ਹਨਾ। ਤਾਂ ਇਹ ਬੱਸ ਦੇ ਨਾਲ ਹੀ ਸਾਰੇ ਕੰਪਿਊਟਰਾਂ ਨੂੰ ਆਪਾਂ ਇੱਕ ਦੂਜੇ ਨਾਲ ਜੋੜ ਸਕਦੇ ਹਾਂ। ਤਾਂ ਇਹਦਾ ਫਾਇਦਾ ਕੀ ਹੋਇਆ? ਇੱਕ ਤਾਂ ਇਹਦੇ ਵਿੱਚ ਕਹਿ ਦਿਓ ਵੀ ਲੈਸ ਕਾਸਟਲੀ ਜਾਂ ਚੀਪਰ, ਖਰਚਾ ਘਟ ਗਿਆ ਉਸ ਦੇ ਨਾਲੋਂ, ਮੈਸ਼ ਟੋਪੋਲੋਜੀ ਦੇ ਨਾਲੋਂ। ਦੂਸਰਾ ਇਹਦੇ ਵਿੱਚ ਕੀ ਹੋਇਆ? ਕੰਪਲੈਕਸਿਟੀ ਘਟ ਗਈ, ਲੈਸ ਕੰਪਲੈਕਸ, ਤੇ ਸਿਕਿਉਰਿਟੀ ਵੀ ਘਟ ਗਈ, ਲੈਸ ਸਿਕਿਉਰ। ਕਿਉਂ? ਕਿਉਂਕਿ ਜਿਹੜਾ ਆਹ ਮੈਸੇਜ ਹੈ ਇਹਨੇ ਇੱਧਰ ਭੇਜਣਾ ਤਾਂ ਆਹ ਬੰਦੇ ਅਟੈਕ ਕਰ ਸਕਦੇ ਨੇ ਰਸਤੇ ਦੇ ਵਿੱਚ, ਸਿਗਨਲ ਸ਼ੇਅਰ ਹੋ ਗਿਆ ਉਹਨਾਂ ਦੇ ਵਿੱਚ। ਪਿਛਲੀ ਮੈਸ਼ ਦੇ ਵਿੱਚ ਆਪਣਾ ਡੈਡੀਕੇਟਡ ਪਾਥ ਸੀਗਾ ਆਪਣੇ ਕੋਲੇ, ਹਨਾ। ਦੂਸਰੀ ਗੱਲ ਜੇ ਇੱਥੋਂ ਤਾਰ ਟੁੱਟ ਗਈ, ਲਿੰਕ ਬ੍ਰੇਕ ਹੋ ਗਿਆ, ਤਾਂ ਆਹ 2 ਬੰਦੇ ਤਾਂ ਆਪਸ 'ਚ ਕਮਿਊਨੀਕੇਟ ਕਰ ਸਕਦੇ ਨੇ, ਆਹ 2 ਕਰ ਸਕਦੇ ਨੇ, ਬਟ ਦੋਨੇ ਆਪਸ ਦੇ ਵਿੱਚ ਨਹੀਂ ਕਰ ਸਕਦੇ।
ਤਾਂ ਫਿਰ ਆਪਾਂ ਕਹਿ ਸਕਦੇ ਹਾਂ ਲੈਸ ਫਾਲਟ ਟੋਲਰੈਂਸ, TOLERANCE। ਫਾਲਟ ਟੋਲਰੈਂਸ ਵੀ ਜਿਹੜੀ ਉਹ ਘਟ ਜਾਂਦੀ ਹੈ ਐਜ਼ ਕੰਪੇਅਰ ਟੂ ਮੈਸ਼। ਸੋ ਇਹ ਵਾਲੀ ਜਿਹੜੀ ਹੈ ਬਸ ਟੋਪੋਲੋਜੀ। ਸੋ ਨੈਕਸਟ ਆਪਾਂ ਦੇਖਦੇ ਹਾਂ ਸਟਾਰ ਟੋਪੋਲੋਜੀ। ਸਟਾਰ ਟੋਪੋਲੋਜੀ ਦੇ ਵਿੱਚ ਇੱਕ ਸੈਂਟਰ ਦੇ ਵਿੱਚ ਡਿਵਾਈਸ ਲੱਗਿਆ ਹੁੰਦਾ ਹੈ, ਹੱਬ ਹੋ ਸਕਦਾ ਹੈ, ਸਵਿਚ ਹੋ ਸਕਦਾ ਹੈ ਤੇ ਰਾਊਟਰ ਹੋ ਸਕਦਾ ਹੈ। ਠੀਕ ਹੈ, ਇਹ ਹੁੰਦੀ ਹੈ ਸਟਾਰ ਟੋਪੋਲੋਜੀ। ਇਹੀ ਅੱਜ ਕੱਲ੍ਹ ਯੂਜ਼ ਕੀਤੀ ਜਾਂਦੀ ਹੈ ਮੋਸਟਲੀ ਲੈਬ ਦੇ ਵਿੱਚ। ਜੇ ਤੁਹਾਨੂੰ ਸਵਾਲ ਆ ਜਾਏ ਵੀ ਕੰਪਿਊਟਰ ਟੈਕਨੋਲੋਜੀ ਟੋਪੋਲੋਜੀ ਦੇ ਵਿੱਚੋਂ ਅੱਜ ਕੱਲ੍ਹ ਕਿਹੜੀ ਟੋਪੋਲੋਜੀ ਯੂਜ਼ ਕੀਤੀ ਜਾਂਦੀ ਹੈ, ਤਾਂ ਸਟਾਰ ਟੋਪੋਲੋਜੀ ਯੂਜ਼ ਕੀਤੀ ਜਾਂਦੀ ਹੈ ਹਨਾ। ਇਹਦੇ ਵਿੱਚ ਸੈਂਟਰ ਦੇ ਵਿੱਚ ਇੱਕ ਡਿਵਾਈਸ ਲੱਗਿਆ ਹੁੰਦਾ ਹੈ ਜਿਹਨੂੰ ਹੱਬ ਸਵਿਚ ਤੇ ਰਾਊਟਰ ਬੋਲਦੇ ਨੇ। ਕੰਪਲੈਕਸਿਟੀ ਘਟ ਗਈ, ਸਿਕਿਉਰਿਟੀ ਇਹਦੇ ਵਿੱਚ ਜ਼ਿਆਦਾ ਹੈ ਕਿਉਂਕਿ ਸਿਕਿਉਰਿਟੀ ਮੈਕੈਨਿਜ਼ਮ ਸਾਰੇ ਸਵਿਚ ਰਾਊਟਰ ਹੱਬ ਦੇ ਵਿੱਚ ਹੀ ਇੰਪਲੀਮੈਂਟ ਕੀਤੇ ਜਾਂਦੇ ਨੇ, ਸਾਰੇ ਫੀਚਰ ਇੱਥੇ ਹੀ ਇੰਪਲੀਮੈਂਟ ਕੀਤੇ ਜਾਂਦੇ ਨੇ। ਤੇ ਨਵਾਂ ਡਿਵਾਈਸ ਲਾਉਣਾ ਵੀ ਬਹੁਤ ਸੌਖਾ, ਇੱਕ ਤਾਰ ਲਓ ਜਲਦੀ ਦਿਨ ਇੱਥੇ ਲਾ ਦਿਓ। ਠੀਕ ਹੈ, ਤਾਂ ਇਸ ਦਾ ਇੱਕ ਡਿਸਐਡਵਾਂਟੇਜ ਹਜੇ ਵੀ ਹੈਗਾ, ਜੇ ਸੈਂਟਰਲ ਡਿਵਾਈਸ ਫੇਲ ਹੋ ਗਿਆ ਤਾਂ ਸਾਰੀ ਟੈਕਨੋਲੋਜੀ ਹੀ ਆਪਣੇ ਕੋਲੇ ਡਾਊਨ ਚਲੀ ਜਾਊਗੀ। ਇਫ ਦੀ ਸੈਂਟਰਲ ਡਿਵਾਈਸ ਫੇਲ ਦੀ ਹੋਲ ਨੈਟਵਰਕ ਗੋਜ਼ ਡਾਊਨ। ਸੋ ਇਹ ਇਹਦਾ ਡਰਾਬੈਕ ਹੈਗਾ ਹਨਾ। ਤਾਂ ਇਹ ਸੀਗਾ। ਅਗਲਾ ਸੀਗਾ ਰਿੰਗ, ਸਰਕੂਲਰ ਸ਼ੇਪ ਦੇ ਵਿੱਚ ਜੇਕਰ ਕੰਪਿਊਟਰ ਲੱਗੇ ਹੋਏ ਨੇ ਤਾਂ ਇਹਨੂੰ ਆਪਾਂ ਰਿੰਗ ਟੋਪੋਲੋਜੀ ਬੋਲ ਦਾਂਗੇ। ਨੈਕਸਟ ਸੀਗਾ ਆਪਣੇ ਕੋਲੇ ਟਰੀ। ਜਿਵੇਂ ਟਰੀ ਦੇ ਵਿੱਚ ਕੀ ਹੁੰਦਾ ਕਿ ਕੰਪਿਊਟਰ ਨੇ ਜਿਹੜੇ ਇੱਕ ਦੂਜੇ ਦੇ ਨੀਚੇ ਟਰੀ ਦੀ ਫਾਰਮ ਦੇ ਵਿੱਚ ਲੱਗੇ ਹੋਏ ਨੇ ਹਨਾ। ਇੱਕ ਸੈਂਟਰਲ ਕੇਬਲ ਹੈ, ਫਿਰ ਸਟਾਰ ਟੋਪੋਲੋਜੀ, ਮਲਟੀਪਲ ਟੋਪੋਲੋਜੀ ਆਪਾਂ ਯੂਜ਼ ਕਰ ਸਕਦੇ ਹਾਂ। ਆਹ ਟੋਪੋਲੋਜੀ ਨੂੰ ਆਪਾਂ ਬੋਲ ਸਕਦੇ ਹਾਂ ਬੱਸ ਟੋਪੋਲੋਜੀ ਹੈ, ਬੱਸ ਦੇ ਵਿੱਚ ਅੱਗੇ ਸਟਾਰ ਲੱਗੇ ਹੋਏ ਨੇ ਹਨਾ। ਸੋ ਇਹਨੂੰ ਆਪਾਂ ਟਰੀ ਟੋਪੋਲੋਜੀ ਬੋਲਦੇ ਹਾਂ। ਤਾਂ ਆਪਾਂ ਨੂੰ ਸਵਾਲ ਕਿਵੇਂ ਪੁੱਛਿਆ ਜਾ ਸਕਦਾ, ਪਹਿਲਾਂ ਤਾਂ ਮੈਂ ਦੱਸਤਾ ਵੀ ਉਹ ਵਾਲੀ ਟੋਪੋਲੋਜੀ ਜਿਹਦੇ ਵਿੱਚ ਸਾਰੇ ਕੰਪਿਊਟਰ ਇੱਕ ਡੈਡੀਕੇਟਡ ਪਾਥ ਨਾਲ ਜੁੜੇ ਹੁੰਦੇ ਨੇ, ਉਹ ਕਿਹੜੀ ਹੋ ਗਈ, ਮੈਸ਼ ਟੋਪੋਲੋਜੀ। ਦੂਜਾ ਸਵਾਲ ਹੋ ਗਿਆ ਜੇ ਉਹ ਵਾਲੀ ਨੈਟਵਰਕ ਟੋਪੋਲੋਜੀ ਜਿਹਦੇ ਵਿੱਚ ਸਾਰੇ ਕੰਪਿਊਟਰ ਇੱਕ ਸੈਂਟਰਲ ਕੇਬਲ ਦੇ ਨਾਲ ਲੱਗੇ ਹੁੰਦੇ ਨੇ। ਸੈਂਟਰਲ ਕੇਬਲ, ਧਿਆਨ ਰਹੇ ਸੈਂਟਰਲ ਡਿਵਾਈਸ ਨਹੀਂ ਕਿਹਾ ਮੈਂ, ਸੈਂਟਰਲ ਕੇਬਲ ਦੇ ਨਾਲ ਲੱਗੇ ਹੁੰਦੇ ਨੇ ਤਾਂ ਬੱਸ ਟੋਪੋਲੋਜੀ। ਜੇ ਕਹਿੰਦੇ ਸੈਂਟਰਲ ਡਿਵਾਈਸ ਦੇ ਨਾਲ ਲੱਗੇ ਹੁੰਦੇ ਨੇ ਫਿਰ ਸਟਾਰ ਟੋਪੋਲੋਜੀ। ਠੀਕ ਹੈ, ਸੋ ਯਾਦ ਰੱਖਣਾ। ਇੱਕ ਲਾਸਟ ਰਹਿੰਦਾ ਆਪਣਾ ਹਾਈਬ੍ਰਿਡ। ਹਾਈਬ੍ਰਿਡ ਦੇ ਵਿੱਚ ਜਿਵੇਂ ਆ ਟਰੀ ਹੋ ਗਿਆ, ਆ ਸਰਕੂਲਰ ਹੋ ਗਿਆ, ਆ ਬੱਸ ਹੋ ਗਿਆ, ਇੱਕ ਤੋਂ ਜ਼ਿਆਦਾ ਟੋਪੋਲੋਜੀਜ਼ ਨੂੰ ਆਪਸ ਦੇ ਵਿੱਚ ਕੰਬਾਈਨ ਕਰ ਦੇਣਾ, ਉਹਨੂੰ ਕੀ ਬੋਲਦੇ ਆ, ਹਾਈਬ੍ਰਿਡ ਟੋਪੋਲੋਜੀ। ਠੀਕ ਹੈ, ਸੋ ਹੁਣ ਆਪਣਾ ਸੀਗਾ ਵੀ ਹੁਣ ਆਪਾਂ ਸਵਾਲ ਤੇ ਆ ਜਾਂਦੇ ਆ। ਕਹਿੰਦਾ ਲੈਨ ਹੈਗਾ ਜਿਹਦੇ ਵਿੱਚ ਮੈਸ਼ ਟੋਪੋਲੋਜੀ ਹੈ, ਇਫ देयर आर 10 ਨੋਡਸ, ਜੇਕਰ 10 ਨੋਡ ਨੇ ਤਾਂ ਆਪਾਂ ਪਹਿਲਾਂ ਦੇਖ ਲੈਂਦੇ ਆ, 3 ਕੰਪਿਊਟਰ ਲਾ ਲੈਣੇ ਆਪਸ ਦੇ ਵਿੱਚ, ਕਿੰਨੇ ਲਿੰਕ ਨੇ। ਜੇਕਰ n ਦੀ ਵੈਲਿਊ 3 ਹੈ ਤਾਂ ਲਿੰਕ ਵੀ 3 ਹੀ ਨੇ। ਦੇਖੋ 3 1 2 3 3 ਡਿਵਾਈਸ ਹੋ ਗਏ, ਲਿੰਕ ਪਹਿਲਾ ਦੂਜਾ ਤੀਜਾ 3 ਹੀ ਲਿੰਕ ਨੇ। ਜੇਕਰ n ਦੀ ਵੈਲਿਊ ਆਪਾਂ 4 ਲੈ ਲਈਏ, ਯਾਨੀ ਕਿ 1 2 3 4, ਕਲਰ ਚੇਂਜ ਕਰ ਲੈਣੇ ਥੋੜਾ ਜਿਹਾ। ਇਹਦੇ ਵਿੱਚ ਪਹਿਲਾ ਲਿੰਕ, ਦੂਜਾ ਲਿੰਕ, ਤੀਜਾ ਲਿੰਕ, ਚੌਥਾ ਲਿੰਕ, ਪੰਜਵਾਂ ਲਿੰਕ ਤੇ ਛੇਵਾਂ ਲਿੰਕ। ਜੇਕਰ n 4 ਹੈ ਤਾਂ l ਦੀ ਵੈਲਿਊ ਕਿੰਨੀ ਹੋ ਗਈ, 6 ਹੋ ਗਈ। ਤਾਂ ਹੁਣ ਆਪਾਂ ਦੇਖਦੇ ਹਾਂ ਵੀ ਜੇਕਰ n ਦੀ ਵੈਲਿਊ 5 ਹੈ, ਯਾਨੀ ਕਿ 1 2 3 4 5, ਤਾਂ ਹੁਣ ਆਪਾਂ ਦੇਖਦੇ ਹਾਂ ਵੀ l ਦੀ ਵੈਲਿਊ ਕਿੰਨੀ ਆਊਗੀ। ਠੀਕ ਹੈ, 1 2 3 4 5 6 7 8 9 ਤੇ 10, ਤਾਂ l ਦੀ ਵੈਲਿਊ ਕਿੰਨੀ ਹੋਗੀ, 10 ਹੋਗੀ। ਤਾਂ ਹੁਣ ਆਪਾਂ ਨੂੰ 10 ਹੁਣ 10 ਤੱਕ ਤਾਂ ਡਰਾ ਨਹੀਂ ਕਰਾਂਗੇ, ਬਹੁਤ ਜ਼ਿਆਦਾ ਲੰਬਾ ਹੋ ਜਾਊਗਾ। 3 ਮੈਂ ਇਸ ਤਰੀਕੇ ਨਾਲ ਕਰਾਏ ਨੇ ਤਾਂ ਕਰਕੇ ਸਾਨੂੰ ਫਾਰਮੂਲਾ ਸਮਝ ਆ ਜੇ। ਤਾਂ ਇਹਦਾ ਫਾਰਮੂਲਾ ਹੁੰਦਾ n into n minus 1/2। n ਹੁੰਦੇ ਨੇ ਨੰਬਰ ਆਫ ਡਿਵਾਈਸਿਸ, ਇਹ ਇੰਨੇ ਬਣਦੇ ਨੇ ਨੰਬਰ ਆਫ ਲਿੰਕਸ। ਤਾਂ n ਦੀ ਵੈਲਿਊ ਜੇਕਰ 3 ਹੈ ਤਾਂ 3 into 3 minus 1 2/2, 3 ਆ ਗਿਆ। n ਦੀ ਵੈਲਿਊ 4 ਹੈ, 4 ਗੁਣਾ n ਦੀ ਵੈਲਿਊ 4 ਹੈ, 4 ਗੁਣਾ 3/2, ਕੱਟ ਕੇ ਕਿੰਨਾ ਆ ਗਿਆ, 6 ਵੀ ਫੋਲੋ ਕਰਦਾ ਹੈ। n ਦੀ ਵੈਲਿਊ 5 ਹੈ, 5 ਗੁਣਾ 5 minus 1 4/2, ਤਾਂ ਕੱਟ ਕੇ ਆ ਗਿਆ 2, 5 ਦੂਣੀ 10, ਤਾਂ ਬਣ ਗਈ ਨਾ ਗੱਲ। ਤਾਂ ਇਹ ਸਟੈਂਡਰਡਾਈਜ਼ ਜਰਨਲਾਈਜ਼ਡ ਫਾਰਮੂਲਾ ਬਣ ਗਿਆ ਆਪਣਾ, ਜਿਹੜਾ ਤੁਸੀਂ ਯਾਦ ਰੱਖਣਾ। ਜੇਕਰ ਆਪਣੇ ਕੋਲੇ n ਨੰਬਰ ਆਫ ਡਿਵਾਈਸਿਸ ਨੇ ਤਾਂ ਟੋਟਲ ਨੰਬਰ ਆਫ ਲਿੰਕਸ ਕਿੰਨੇ ਹੋਣਗੇ, n into n minus 1/2। ਤਾਂ ਇੱਥੇ ਆਪਣੇ ਕੋਲੇ ਹੁਣ n ਦੀ ਵੈਲਿਊ 10 ਦਿੱਤੀ ਹੋਈ ਹੈ, ਤਾਂ ਆਪਾਂ ਇਹਦੇ ਇਸੇ ਫਾਰਮੂਲੇ 'ਚ ਪੁੱਟ ਕਰਾਂਗੇ 10 ਗੁਣਾ 10 minus 1 9
बटे 2 ਤਾਂ 2 ਇਹਦੇ ਨਾਲ ਕੱਟ ਕੇ ਆ ਗਿਆ 5 ਤਾਂ 9 5 45 ਫਿਰ ਇੱਥੇ ਆਨਸਰ ਕਿੰਨਾ ਬਣ ਗਿਆ 4 ਆਨਸਰ ਬਣ ਗਿਆ ਠੀਕ ਹੈ। ਫਿਰ ਬੜਾ ਸੌਖਾ ਜਿਹਾ ਆਪਣੇ ਕੋਲੇ ਫਾਰਮੂਲਾ ਇਸੇ ਦਾ ਹੀ ਪੁੱਛਿਆ ਜਾਂਦਾ, ਹੋਰ ਕਿਸੇ ਡਿਵਾਈਸ ਦੇ ਵਿੱਚ ਫਾਰਮੂਲਾ ਐਸ ਸੱਚ ਨਹੀਂ ਪੁੱਛਿਆ ਜਾਂਦਾ, ਇਸੇ ਦਾ ਹੀ ਪੁੱਛਿਆ ਜਾਂਦਾ, ਯਾਦ ਰਹਿ ਜਾਊਗਾ ਠੀਕ ਹੈ। ਸੋ ਅੱਗੇ ਚੱਲਦੇ ਹਾਂ। ਵਿਚ ਉਹਦੀ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ, ਕਹਿੰਦਾ ਹੇਠ ਲਿਖਿਆ ਜੋ ਕਿਹੜੀ ਸਟੇਟਮੈਂਟ ਠੀਕ ਆ। ਮੋਡਮ ਇਜ਼ ਏ ਸੌਫਟਵੇਅਰ, ਮੋਡਮ ਹੈਲਪਸ ਇਨ ਸਟੇਬਲਾਈਜ਼ਿੰਗ ਦੀ ਵੋਲਟੇਜ, ਮੋਡਮ ਇਜ਼ ਆਪਰੇਟਿੰਗ ਸਿਸਟਮ, ਨਹੀਂ ਆਪਰੇਟਿੰਗ ਸਿਸਟਮ ਤਾਂ ਹੁੰਦਾ ਹੀ ਨਹੀਂ। ਮੋਡਮ ਕਨਵਰਟਸ ਐਨਾਲੌਗ ਸਿਗਨਲ ਇਨਟੂ ਡਿਜੀਟਲ ਸਿਗਨਲ ਐਂਡ ਵਾਈਸ ਵਰਸਾ। ਤਾਂ ਸਭ ਤੋਂ ਪਹਿਲਾਂ ਆਪਾਂ ਮੋਡਮ ਦੇਖ ਲੈਂਦੇ ਹਾਂ। ਮੋਡਮ ਦਾ ਆਪਾਂ ਨੂੰ ਇੱਕ ਐਬਰੀਵੇਸ਼ਨ ਪੁੱਛ ਸਕਦਾ, ਮੋਡਮ ਹੁੰਦਾ ਮੋਡੂਲੇਸ਼ਨ ਐਂਡ ਡੀਮੋਡੂਲੇਸ਼ਨ ਠੀਕ ਹੈ। ਮੋਡੂਲੇਸ਼ਨ ਐਂਡ ਡੀਮੋਡੂਲੇਸ਼ਨ ਜਾਂ ਮੋਡੂਲੇਟਰ ਐਂਡ ਡੀਮੋਡੂਲੇਟਰ ਕੁਝ ਵੀ ਹੋ ਸਕਦਾ ਹੈ। ਤਾਂ ਮੋਡਮ ਦਾ ਕੰਮ ਕੀ ਹੁੰਦਾ ਹੈ, ਜਿਵੇਂ ਆਪਾਂ ਦੇਖਦੇ ਹਾਂ ਵੀ ਆਪਣਾ ਕੰਪਿਊਟਰ ਹੈ, ਕੰਪਿਊਟਰ ਦੇ ਵਿੱਚ ਡਿਜੀਟਲ ਸਿਗਨਲ ਹੁੰਦੇ ਨੇ, ਕਿਉਂਕਿ ਅੱਜ ਕੱਲ ਕੰਪਿਊਟਰ ਆ ਜਿਹੜਾ ਡਿਜੀਟਲ ਤੇ ਕੰਮ ਕਰਦਾ ਠੀਕ ਹੈ। ਸੋ ਡਿਜੀਟਲ ਸਿਗਨਲ ਹੁੰਦੇ ਨੇ ਕੰਪਿਊਟਰ ਦੇ ਵਿੱਚ। ਤਾਂ ਜਿੱਥੇ ਟੈਲੀਫੋਨ ਲਾਈਨ ਦੇ ਵਿੱਚ ਜਾਂ ਨੈਟਵਰਕ ਕੇਬਲ ਦੇ ਵਿੱਚ ਆਪਾਂ ਡਾਟਾ ਟਰਾਂਸਮਿਟ ਕਰਦੇ ਹਾਂ, ਉੱਥੇ ਡਿਜੀਟਲ ਡਾਟਾ ਟਰਾਂਸਮਿਟ ਨਹੀਂ ਹੋ ਸਕਦਾ, ਉੱਥੇ ਡੇਟਾ ਨੂੰ ਸਾਨੂੰ ਐਨਾਲੌਗ ਫਾਰਮ ਦੇ ਵਿੱਚ ਟਰਾਂਸਮਿਟ ਕਰਨਾ ਪੈਂਦਾ। ਤਾਂ ਫਿਰ ਡਿਜੀਟਲ ਨੂੰ ਐਨਾਲੌਗ ਦੇ ਵਿੱਚ ਕਨਵਰਟ ਕਰਨਾ ਪਊਗਾ, ਤੇ ਜਦੋਂ ਰਿਸੀਵਰ ਕੋਲੇ ਪਹੁੰਚ ਗਿਆ ਇਹ ਐਨਾਲੌਗ ਡਾਟਾ ਕੰਪਿਊਟਰ ਰੀਡ ਨਹੀਂ ਕਰਦਾ ਕਿਉਂਕਿ ਡਿਜੀਟਲ ਕੰਪਿਊਟਰ ਆਪਣਾ, ਤਾਂ ਇੱਥੇ ਫਿਰ ਇਸ ਐਨਾਲੌਗ ਨੂੰ ਡਿਜੀਟਲ ਦੇ ਵਿੱਚ ਕਨਵਰਟ ਕਰਨਾ ਪਊਗਾ। ਤਾਂ ਇਹ ਕਨਵਰਜਨ ਦੇ ਲਈ ਜਿਹੜਾ ਡਿਵਾਈਸ ਵਰਤਿਆ ਜਾਂਦਾ ਉਹਨੂੰ ਆਪਾਂ ਬੋਲ ਦਿੰਦੇ ਹਾਂ ਮੋਡਮ। ਮੋਡਮ ਸੈਂਡਰ ਸਾਈਡ ਤੇ ਡਿਜੀਟਲ ਨੂੰ ਐਨਾਲੌਗ 'ਚ ਕਰਦਾ, ਰਿਸੀਵਰ ਸਾਈਡ ਤੇ ਇਹ ਐਨਾਲੌਗ ਨੂੰ ਵਾਪਸ ਡਿਜੀਟਲ ਦੇ ਵਿੱਚ ਕਰ ਦਿੰਦਾ। ਤਾਂ ਮੋਡਮ ਨੂੰ ਆਪਾਂ ਬੋਲ ਸਕਦੇ ਹਾਂ ਵੀ ਕੀ ਕੰਮ ਕਰਦਾ। ਮੋਡਮ ਇਜ਼ ਏ ਸੌਫਟਵੇਅਰ, ਨਹੀਂ ਮੋਡਮ ਹਾਰਡਵੇਅਰ ਹੁੰਦਾ। ਮੋਡਮ ਹੈਲਪਸ ਇਨ ਸਟੇਬਲਾਈਜ਼ਿੰਗ ਦੀ ਵੋਲਟੇਜ, ਵੋਲਟੇਜ ਨੂੰ ਸਟੇਬਲਾਈਜ਼ ਨਹੀਂ ਕਰਦਾ। ਆਪਰੇਟਿੰਗ ਸਿਸਟਮ ਵੀ ਨਹੀਂ ਹੁੰਦਾ। ਤਾਂ ਇਹਦਾ ਡੀ ਆਨਸਰ ਹੈ। ਮੋਡਮ ਕਨਵਰਟਸ ਦੀ ਐਨਾਲੌਗ ਸਿਗਨਲ ਇਨਟੂ ਡਿਜੀਟਲ ਸਿਗਨਲ ਐਂਡ ਵਾਈਸ ਵਰਸਾ। ਅੱਜ ਕੱਲ ਜਿਹੜੇ ਆਪਣੇ ਕੋਲੇ ਰਾਊਟਰ ਲੱਗੇ ਹੁੰਦੇ ਨੇ, ਵਾਈਫਾਈ ਲੱਗੇ ਹੁੰਦੇ ਨੇ, ਉਹਦੇ ਵਿੱਚ ਹੀ ਸਾਰੇ ਫੰਕਸ਼ਨ ਹੁੰਦੇ ਨੇ। ਮੋਡਮ ਵੀ ਉਹਦੇ ਵਿੱਚ ਹੁੰਦਾ, ਰਾਊਟਰ ਵੀ ਉਹਦੇ ਵਿੱਚ ਹੁੰਦਾ ਠੀਕ ਹੈ। ਸੋ ਡੀ ਆਨਸਰ ਹੈ। ਅਗਲਾ ਵੀ ਇਹਦੇ ਨਾਲ ਦਾ ਹੀ ਹੈ। ਵਿਚ ਆਫ ਦੀ ਗਿਵਨ ਸਟੇਟਮੈਂਟਸ ਆਰ ਟਰੂ, ਇੱਕ ਤੋਂ ਜ਼ਿਆਦਾ। ਮੋਡਮ ਇਜ਼ ਏ ਨੈਟਵਰਕਿੰਗ ਡਿਵਾਈਸ, ਬਿਲਕੁਲ ਠੀਕ ਹੈ। ਮੋਡਮ ਇੱਕ ਨੈਟਵਰਕ ਦੇ ਵਿੱਚ ਲੱਗਣ ਵਾਲਾ ਡਿਵਾਈਸ ਹੈ। ਮੋਡਮ ਇਜ਼ ਏ ਵੋਲਟੇਜ ਸਟੇਬਲਾਈਜ਼ਰ, ਇਹ ਨਹੀਂ ਹੈਗਾ। ਵੋਲਟੇਜ ਨੂੰ ਵੋਲਟੇਜ ਨਾਲ ਇਹਦਾ ਕੋਈ ਕੰਮ ਨਹੀਂ ਹੈਗਾ ਠੀਕ ਹੈ। ਲਾਸਟ ਹੈ ਮੋਡਮ ਕਨਵਰਟਸ ਐਨਾਲੌਗ ਸਿਗਨਲ ਟੂ ਡਿਜੀਟਲ ਸਿਗਨਲ ਐਂਡ ਵਾਈਸ ਵਰਸਾ, ਇਹ ਠੀਕ ਆ। ਤਾਂ ਪੁੱਛਿਆ ਉਹਨੇ ਕੀ ਹੈ, ਟਰੂ ਪੁੱਛਿਆ। ਜੇ ਫਾਲਸ ਪੁੱਛਿਆ ਹੁੰਦਾ ਤਾਂ ਆਨਸਰ ਓਨਲੀ ਬੀ ਹੋ ਜਾਣਾ ਸੀ। ਤਾਂ ਏ ਐਂਡ ਸੀ, ਏ ਐਂਡ ਸੀ ਕਿਹੜੇ ਚ? ਤਾਂ ਬੀ ਆਨਸਰ, ਬੀ ਹੋਣਾ ਚਾਹੀਦਾ, ਬੀ ਆਨਸਰ ਠੀਕ ਹੈ। ਅਗਲਾ, ਵਿਚ ਆਫ ਦੀ ਫੋਲੋਇੰਗ ਡਿਵਾਈਸ ਅਨੇਬਲ ਏ ਕੰਪਿਊਟਰ ਟੂ ਟਰਾਂਸਮਿਟ ਡੇਟਾ ਓਵਰ ਟੈਲੀਫੋਨ ਲਾਈਨ, ਇਹ ਤਾਂ ਸੌਖਾ ਹੀ ਆਪਾਂ ਹੁਣੀ ਕਰਕੇ ਆਏ ਆ। ਕਹਿੰਦਾ ਵਿਚ ਆਫ ਦੀ ਫੋਲੋਇੰਗ ਡਿਵਾਈਸ ਅਨੇਬਲ ਏ ਕੰਪਿਊਟਰ ਟੂ ਟਰਾਂਸਮਿਟ ਡੇਟਾ ਓਵਰ ਟੈਲੀਫੋਨ ਲਾਈਨ। ਆ ਦੇਖੋ ਟੈਲੀਫੋਨ ਲਾਈਨ ਤੇ ਹੀ ਤਾਂ ਡਾਟਾ ਟਰਾਂਸਮਿਟ ਕਰ ਰਿਹਾ ਮੋਡਮ, ਤਾਂ ਫਿਰ ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ? ਮੋਡਮ ਹੀ ਇਹਦਾ ਆਨਸਰ ਹੈ, ਡੀ ਠੀਕ ਹੈ। ਅਗਲਾ, ਜਿਵੇਂ ਵਾਟ ਇਜ਼ ਦੀ ਫੁੱਲ ਫਾਰਮ ਆਫ ISDN? ISDN ਹੁੰਦਾ ਹੈ ਇੰਟੀਗ੍ਰੇਟਿਡ ਸਰਵਿਸ ਡਿਜੀਟਲ ਨੈਟਵਰਕ, ਇੰਟੀਗ੍ਰੇਟਿਡ ਸਰਵਿਸ ਡਿਜੀਟਲ ਨੈਟਵਰਕ। ਸੋ ਇਹ ਐਬਰੀਵੇਸ਼ਨਾਂ ਵੀ ਆਪਣੇ ਤੋਂ ਪੁੱਛ ਸਕਦਾ ਹੈ। ਸੋ ਐਬਰੀਵੇਸ਼ਨ ਦੇ ਲਈ ਆਪਾਂ ਇੱਕ ਮੈਰਾਥਨ ਕਰਾਈ ਹੋਈ ਹੈ, ਐਬਰੀਵੇਸ਼ਨ ਮੈਰਾਥਨ ਠੀਕ ਹੈ। ਉਹ ਤੁਸੀਂ ਮੈਰਾਥਨ ਜਾ ਕੇ ਜਰੂਰ ਦੇਖ ਸਕਦੇ ਹੋ, ਉਹਦੀ ਮੈਂ ਪਲੇਲਿਸਟ ਵੀਡੀਓ ਬਣਾ ਕੇ ਪਾਈ ਹੋਈ ਹੈ। ਮੈਰਾਥਨ ਵਾਲੀ ਪਲੇਲਿਸਟ ਦੇ ਵਿੱਚ ਉਹ ਤੁਹਾਨੂੰ ਸਾਰੀਆਂ ਵੀਡੀਓ ਮਿਲ ਜਾਣਗੀਆਂ ਠੀਕ ਹੈ। ਸੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਸਫੀਸ਼ੀਐਂਟ ਹੈ। ਇਹ ਕਹਿ ਲਓ ਵੀ ਕੰਪਿਊਟਰ ਨੈਟਵਰਕਸ ਦਾ ਲੈਵਲ ਮੀਡੀਅਮ ਦੀ ਆਪਾਂ ਗੱਲ ਕੀਤੀ ਹੈ। ਤਾਂ ਪਾਰਟ 1 ਸੀਗਾ। ਪਾਰਟ 2 ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ, ਕਿਉਂਕਿ ਵੀਡੀਓ ਥੋੜੀ ਲੰਬੀ ਹੋ ਜਾਂਦੀ ਹੈ। ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।